ਜੋ ਅਕਾਲੀ ਦਲ ਦੀ ਸਾਬਕਾ ਆਗੂ ਸੀ ਉਹ ਨਸ਼ੇ ਦੇ ਨਾਲ ਫੜੀ ਗਈ ਹੈ। ਉਸ ਦੇ ਘਰ ਤੋਂ 1 ਕਿਲੋ ਚਿੱਟਾ ਬਰਾਮਦ ਹੋਇਆ। ਆਖਿਰ ਇਹ ਪੰਜਾਬ ਜਾ ਕਿੱਧਰ ਨੂੰ ਰਿਹਾ? ਇਸ ਗੱਲ ਦਾ ਇੱਕ ਤੇ ਸਬੂਤ ਹੈ ਕਿ ਰਾਜਨੀਤਿਕ ਜਮਾਤ ਜੋ ਇੰਨਾ ਪੈਸਾ ਇਲੈਕਸ਼ਨਾਂ 'ਚ ਖਰਚਦੀ ਹੈ ਉਹ ਕਮਾਇਆ ਹੋਇਆ ਪੈਸਾ ਨਹੀਂ, ਨਾ ਉਹਨਾਂ ਦੇ ਕਾਡਰ ਦਾ ਫੰਡ ਆ, ਉਹ ਸਿਰਫ ਤੇ ਸਿਰਫ ਇਹ 2 ਨੰਬਰੀ ਪੈਸਾ। ਕੈਪਟਨ ਅਮਰਿੰਦਰ ਸਿੰਘ ਸੱਤਾ ਦੇ ਵਿੱਚ ਆਏ ਸੀ, ਉਹਨਾਂ ਵੀ ਉਦੋਂ ਕਿਹਾ ਸੀ ਰੈਲੀਆਂ ਦੇ ਵਿੱਚ ਕਿ ਜੇ ਸਾਡੀ ਸਰਕਾਰ ਬਣਦੀ ਹੈ 4 ਹਫ਼ਤਿਆਂ ਦੇ ਵਿੱਚ ਯਾਨੀ ਕਿ 1 ਮਹੀਨੇ ਦੇ ਵਿੱਚ ਅਸੀਂ ਨਸ਼ੇ ਦਾ ਲੱਕ ਤੋੜ ਦੇਵਾਂਗੇ। ਪਰ ਕਿੰਨਾ ਕੁ ਅਸਰ ਨਸ਼ੇ ਤੇ ਹੋਇਆ? ਕੈਪਟਨ ਸਾਹਿਬ ਕਹਿੰਦੇ ਸੀ ਕਿ ਮੈਂ 4 ਹਫ਼ਤਿਆਂ 'ਚ ਨਸ਼ੇ ਦਾ ਲੱਕ ਤੋੜ ਤੇ ਪੰਜਾਬ ਦਾ ਲੱਕ ਤੇ ਟੁੱਟਾ ਹੀ ਰਿਹਾ। ਲੋਕਲ ਪੋਲੀਟੀਸ਼ੀਅਨਾਂ ਦਾ, ਉਹ ਪਾਰਟੀ ਕੋਈ ਵੀ ਹੋਵੇ, ਔਰ ਪੁਲਿਸ, ਇਹਨਾਂ ਦੇ ਤਿੰਨਾਂ ਦੇ ਮੇਲ ਤੋਂ ਘੱਟੋ ਘੱਟ ਇਹ ਵੀ ਫਿਰ ਥੱਲੇ ਲੋਕ ਉਹਦਾ ਨੈਟਵਰਕ ਹੈ। ਇਹ ਨਸ਼ਾ ਕਿਤੇ ਵੀ ਇੱਕ ਪੁੜੀ ਵੀ ਜਿਹਨੂੰ ਕਹਿੰਦੇ ਨੇ 1 ਗ੍ਰਾਮ ਵੀ ਵਿਕ ਨਹੀਂ ਸਕਦਾ ਬਿਨਾਂ ਇਸ ਟੈਕਸਸ ਤੋਂ। ਪਾਰਟੀਆਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਤੇ ਜੋ ਨਵੇਂ ਲੋਕ ਸਿਆਸਤ ਦੇ ਵਿੱਚ ਆਉਂਦੇ ਨੇ ਉਹਨਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਸੱਤਾ ਬਦਲ ਦਿਆਂਗੇ। ਚਾਹੇ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਓ, ਚਾਹੇ ਤੁਸੀਂ ਸੁਖਦੇਵ ਸਿੰਘ ਢੀਂਡਸਾ ਜੋ ਅਕਾਲੀ ਦਲ ਤੋਂ ਅਲੱਗ ਹੋਏ ਸੀ, ਅਕਾਲੀ ਦਲ ਡੈਮੋਕ੍ਰੈਟਿਕ ਬਣਾਇਆ ਸੀ, ਰਣਜੀਤ ਸਿੰਘ ਬਰਾਪਰਾ ਹੋਰੀ ਹੋਣ। ਹਮਾਰੀ ਪੀਪਲਜ਼ ਪਾਰਟੀ ਆਫ ਪੰਜਾਬ ਜਿਹੜੀ ਮਨਪ੍ਰੀਤ ਬਾਦਲ ਨੇ ਬਣਾਈ ਸੀ ਤੇ ਚੋਣ ਨਿਸ਼ਾਨ ਪਤੰਗ ਸੀ, ਪਤੰਗ ਚੜੀ ਤੇ ਜ਼ਰੂਰ ਪਰ ਭੋ ਕਾਟਾ। ਇਸ ਕਿਸਮ ਨਾਲ ਸਾਰੀ ਸੱਤਾ ਮੋਦੀ ਦੇ ਉੱਤੇ ਆਧਾਰਿਤ ਹੋ ਗਈ। ਲੋਕ ਮੋਦੀ ਸਰਕਾਰ ਕਹਿੰਦੇ ਆ, ਬੀਜੇਪੀ ਸਰਕਾਰ ਕਹਿੰਦੀ, ਕੋਈ ਕਹਿੰਦਾ ਬੀਜੇਪੀ ਦੀ ਸਰਕਾਰ, ਇਹੋ ਕਹਿੰਦੇ ਮੋਦੀ ਸਰਕਾਰ। ਉਹਨਾਂ ਨੇ ਖਵਾਇਆ ਵੀ, ਰੱਟਾ ਵੀ ਲੋਕਾਂ ਨੂੰ ਖਵਾਇਆ। ਇੱਥੇ ਕੇਜਰੀਵਾਲ ਹੋਈ ਜਾਂਦਾ। ਜਦੋਂ ਸੱਤਾ ਦਾ ਇੰਦਾ ਕੇਂਦਰੀਕਰਨ ਹੋ ਜਾਂਦਾ ਫਿਰ ਉੱਥੇ ਸਵਰਾਜ ਤੇ ਲੋਕਤੰਤਰ ਤੇ ਲੋਕ ਆਵਾਜ਼ ਦੀ ਕੋਈ ਜਗ੍ਹਾ ਨਹੀਂ। ਪੰਜਾਬੀ ਡਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਿੰਦਰ ਸਿੰਘ ਭੰਗੂ ਸਵਾਗਤ ਕਰਦਾ। ਦਰਸ਼ਕੋ, ਪੰਜਾਬ ਦੀ ਵਿਧਾਨ ਸਭਾ ਇਲੈਕਸ਼ਨ ਨੇੜੇ ਆਉਂਦੀ ਜਾ ਰਹੀ ਹੈ। ਇਹਨੂੰ ਲੈ ਕੇ ਹੀ ਪੰਜਾਬ ਦੇ ਵਿੱਚ ਤਮਾਮ ਗੱਠਜੋੜ ਬਣਨੇ, ਪੰਜਾਬ ਦੀ ਸਿਆਸੀ ਹਵਾ ਦੇ ਵਿੱਚ ਹਵਾ ਦਾ ਰੁਖ ਬਦਲਣਾ, ਹੁਣ ਇਹ ਗੱਲਾਂ ਆਮ ਹੋਣਗੀਆਂ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਕਿਸਾਨੀ ਅੰਦੋਲਨ ਦੀ, ਕਿਸਾਨੀ ਅੰਦੋਲਨ ਵੀ ਲਗਾਤਾਰ ਲੰਮੇ ਸਮੇਂ ਤੋਂ ਬਰਕਰਾਰ ਹੈ। ਕਿਸਾਨ ਧਰਨਾ ਦੇ ਰਹੇ ਨੇ ਤੇ ਇੱਕ ਇਸ ਦੇ ਵਿੱਚ ਗੱਲ ਚੱਲਦੀ ਹੈ ਕਰੋਨਾ ਦੀ। ਸਰਕਾਰ ਵੱਲੋਂ ਫਿਰ ਕਰੋਨਾ ਲੈ ਕੇ ਹਦਾਇਤਾਂ ਕੀਤੀਆਂ ਗਈਆਂ ਨੇ। ਇਹਨਾਂ ਗੱਲਾਂ ਲੈ ਕੇ ਤਮਾਮ ਅੱਜ ਸਾਡੇ ਨਾਲ ਇਹਨਾਂ ਗੱਲਾਂ ਨੂੰ ਕਰਨ ਲਈ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੁੜੇ ਹੋਏ ਨੇ ਚੰਡੀਗੜ੍ਹ ਤੋਂ। ਪ੍ਰੋਫੈਸਰ ਸਾਹਿਬ, ਤੁਹਾਡਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਡਾਕ ਤੇ। ਬਹੁਤ ਬਹੁਤ ਧੰਨਵਾਦ ਜੀ ਭੰਗੂ ਜੀ। ਪ੍ਰੋਫੈਸਰ ਸਾਹਿਬ, ਅਗਲੀਆਂ ਖਬਰਾਂ ਵੱਲ ਵਧਣ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ, ਅੱਜ ਸੁਰਖੀਆਂ ਦੇ ਵਿੱਚ ਖਬਰ ਰਹੀ ਇੱਕ ਜੋ ਅਕਾਲੀ ਦਲ ਦੀ ਸਾਬਕਾ ਆਗੂ ਸੀ ਉਹ ਨਸ਼ੇ ਦੇ ਨਾਲ ਫੜੀ ਗਈ ਹੈ। ਉਸ ਦੇ ਘਰ ਤੋਂ 1 ਕਿਲੋ ਚਿੱਟਾ ਬਰਾਮਦ ਹੋਇਆ। ਆਖਿਰ ਇਹ ਪੰਜਾਬ ਜਾ ਕਿੱਧਰ ਨੂੰ ਰਿਹਾ? ਜਦੋਂ ਕੈਪਟਨ ਅਮਰਿੰਦਰ ਸਿੰਘ ਸੱਤਾ ਦੇ ਵਿੱਚ ਆਏ ਸੀ, ਉਹਨਾਂ ਵੀ ਉਦੋਂ ਕਿਹਾ ਸੀ ਰੈਲੀਆਂ ਦੇ ਵਿੱਚ ਕਿ ਜੇ ਸਾਡੀ ਸਰਕਾਰ ਬਣਦੀ ਹੈ 4 ਹਫ਼ਤਿਆਂ ਦੇ ਵਿੱਚ ਯਾਨੀ ਕਿ 1 ਮਹੀਨੇ ਦੇ ਵਿੱਚ ਅਸੀਂ ਨਸ਼ੇ ਦਾ ਲੱਕ ਤੋੜ ਦੇਵਾਂਗੇ। ਪਰ ਕਿੰਨਾ ਕੁ ਅਸਰ ਨਸ਼ੇ ਤੇ ਹੋਇਆ ਤੇ ਅੱਜ ਦੀ ਇਹ ਜੋ ਬੀਬੀ ਜਸਵਿੰਦਰ ਕੌਰ ਜੱਸੀ ਨਸ਼ੇ ਦੇ ਨਾਲ ਫੜੀ ਗਈ ਹੈ, ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ? ਦੇਖੋ, ਇਹ ਤੇ ਅਫਸੋਸ ਦੀ ਗੱਲ ਹੀ ਕਹਿ ਸਕਦਾ ਹਾਂ ਮੈਂ ਕਿ ਇੱਕ ਤੇ ਨਸ਼ੇ ਦਾ ਮਾਮਲਾ ਹੋਏ, ਦੂਜਾ ਬੀਬੀ ਹੋਵੇ, ਤੀਜਾ ਉਹ ਅਕਾਲੀ ਦਲ ਨਾਲ ਸੰਬੰਧਿਤ ਹੋਵੇ। ਕੋਈ ਕਹਿੰਦੇ ਆ ਕਿ ਬੀਬੀ ਜਗੀਰ ਕੌਰ ਨਾਲ ਉਹਨਾਂ ਦੀਆਂ ਫੋਟੋਆਂ ਵੀ ਕੋਈ ਵਾਇਰਲ ਹੋ ਰਹੀਆਂ ਆ। ਮੈਂ ਤੇ ਸੋਸ਼ਲ ਮੀਡੀਆ ਦੇਖਿਆ ਨਹੀਂ। ਤੇ ਇਸ ਗੱਲ ਦਾ ਇੱਕ ਤੇ ਸਬੂਤ ਹੈ ਕਿ ਰਾਜਨੀਤਿਕ ਜਮਾਤ ਜੋ ਇੰਨਾ ਪੈਸਾ ਇਲੈਕਸ਼ਨਾਂ 'ਚ ਖਰਚਦੀ ਹੈ ਉਹ ਕਮਾਇਆ ਹੋਇਆ ਪੈਸਾ ਨਹੀਂ, ਨਾ ਉਹਨਾਂ ਦੇ ਕਾਡਰ ਦਾ ਫੰਡ ਆ, ਉਹ ਸਿਰਫ ਤੇ ਸਿਰਫ ਇਹ 2 ਨੰਬਰੀ ਪੈਸਾ, ਜਾਂ ਭਾਵੇਂ ਉਹ ਰੇਤਾ ਬਜਰੀ 'ਚੋਂ ਆ, ਭਾਵੇਂ ਸ਼ਰਾਬ ਦੇ ਕਿਸੇ ਨਾ ਕਿਸੇ ਉਹਦੀ ਤੁਸੀਂ ਕਹਿ ਲਓ ਕਿ ਸ਼ਰਾਬ ਦੀ ਜਿਹੜੀ ਨਜਾਇਜ਼ ਸ਼ਰਾਬ, ਜਿਵੇਂ ਪਿੱਛੇ ਪੱਟੀ ਫੜੀ ਗਈ ਸੀ ਜਿਹਨੂੰ ਇਲੀਸਿਟ ਲੀਕਰ ਕਹਿੰਦੇ ਆ, ਕਿ ਉਸ ਕਿਸਮ ਦਾ ਬੂਟਲੈਗਿੰਗ ਦੇ ਵਿੱਚੋਂ ਪੈਸਾ ਆਇਆ ਹੋਵੇ, ਜਾਂ ਇਹ ਨਸ਼ਿਆਂ 'ਚੋਂ, ਜਾਂ ਹੋਰ ਵੀ ਬਹੁਤ ਸਾਰੇ ਆ। ਕੋਈ ਕਹਿੰਦਾ ਟਰਾਂਸਪੋਰਟ ਮਾਫੀਆ, ਕੋਈ ਕਹਿੰਦਾ ਕਿਸੇ ਕਿਸਮ ਦਾ ਮੀਡੀਆ ਦਾ ਮਾਫੀਆ ਜਾਂ ਕੇਬਲ ਮਾਫੀਆ। ਇਹ ਬਹੁਤ ਸਾਰੀਆਂ ਗੱਲਾਂ, 7-8 ਕਿਸਮ ਦੇ ਮਾਫੀਏ ਤੇ ਕਾਂਗਰਸ ਨੇ ਵੀ ਆਪਣੇ ਚੋਣ ਮੈਨੀਫੈਸਟੋ 'ਚ, ਚੋਣ ਮਨੋਰਥ ਪੱਤਰ 'ਚ ਲਿਖੇ ਸੀ, ਕਹਿੰਦੇ ਸੀ ਅਸੀਂ ਇਹਨਾਂ ਨੂੰ ਖਤਮ ਕਰ ਦਿਆਂਗੇ। ਉਹਦੇ 'ਚੋਂ ਖਤਮ ਤਾਂ ਨਹੀਂ ਹੋਏ, ਮੈਨੂੰ ਤਾਂ ਲੱਗਦਾ ਹਿੱਸੇਦਾਰ ਹੀ ਆ। ਆ ਤੁਹਾਡੇ ਸਾਹਮਣੇ ਜਦੋਂ ਰੋਜ਼ ਦੀਆਂ ਖੇਪਾਂ ਮਿਲਦੀਆਂ, ਕਦੀ 6 ਕਿਲੋ ਮਿਲ ਗਿਆ, ਮੈਂ ਤਾਂ ਇਹ ਪੜ੍ਹਿਆ ਸੀ, ਆਹ ਹੁਣ 1 ਕਿਲੋ ਤੁਸੀਂ ਹੋਰ ਦੱਸਤਾ, ਉਹ ਵੀ ਪੋਲੀਟੀਕਲੀ ਅਲਾਈਨਡ ਲੋਕਾਂ ਵੱਲੋਂ ਮਿਲੇ ਨਸ਼ਾ, ਔਰ ਇਹ ਐਡਾ ਘਾਤਕ ਨਸ਼ਾ। ਤੇ ਇੱਥੋਂ ਫਿਰ ਪੰਜਾਬ ਨੂੰ ਕਿਹਨੇ ਬਚਾਉਣਾ?
ਪੰਜਾਬ ਦੇ ਵਿੱਚ ਜਾਂ ਕੋਈ ਵੀ ਫਾਦਰ ਮੈਟਰ, ਕੋਈ ਵੀ ਭਾਵੇਂ ਕੰਟਰੀ ਹੋਵੇ ਭਾਵੇਂ ਕੋਈ ਸੂਬਾ ਹੋਵੇ, ਉੱਥੋਂ ਦੀਆਂ ਸਰਕਾਰਾਂ ਨੇ ਉਸ ਨੂੰ ਲੁੱਕ ਆਫਟਰ ਕਰਨਾ ਹੁੰਦਾ। ਪਰ ਜੇ ਸਰਕਾਰਾਂ ਵਿਰੋਧੀ ਪਾਰਟੀਆਂ ਵੀ ਇੱਕੋ ਜਿਹੀਆਂ ਹੀ ਹੋ ਜਾਣਗੀਆਂ ਜਿੰਨੀਆਂ ਰੂਲਿੰਗ ਪਾਰਟੀਆਂ ਦੋਈ ਹੱਥੀਂ ਲੁੱਟ ਮਚਾਉਂਦੀਆਂ, ਤੇ ਲੋਕ ਫਿਰ ਕਿੱਥੇ ਜਾਣਗੇ? ਲੋਕ ਤੀਜੀ ਧਿਰ ਲੱਭਦੇ ਤੇ ਰਹਿੰਦੇ ਆ, ਪਰ ਉਹਨਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਅਜੇ ਤੱਕ ਕਾਮਯਾਬ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ। ਨਸ਼ੇ ਨੇ ਜਿੰਨਾ ਲੱਕ ਤੋੜਿਆ ਸਾਡਾ ਪੰਜਾਬ ਦਾ, ਤੇ ਕੈਪਟਨ ਸਾਹਿਬ ਕਹਿੰਦੇ ਸੀ ਕਿ ਮੈਂ 4 ਹਫ਼ਤਿਆਂ 'ਚ ਨਸ਼ੇ ਦਾ ਲੱਕ ਤੋੜ ਦੂੰਗਾ, ਤੇ ਪੰਜਾਬ ਦਾ ਲੱਕ ਤੇ ਟੁੱਟਾ ਹੀ ਰਿਹਾ। ਪਰ ਉਹਨਾਂ ਜਿਹੜੇ ਨਸ਼ਾ ਵੇਚਣ ਵਾਲੇ ਤਸਕਰ ਸੀ, ਸਾਨੂੰ ਤੇ ਇੱਕ ਬੰਦੇ ਦਾ ਨਾਂ ਦੱਸ ਦੇਣ ਕਿ ਆ ਜਿਹੜਾ ਵੱਡਾ ਤਸਕਰ ਆ ਸੀ ਉਸ ਨੂੰ ਜੇਲ੍ਹ 'ਚ ਪਾਇਆ। ਹੋਰ ਹਜ਼ਾਰਾਂ ਦੀ ਗਿਣਤੀ 'ਚ ਜ਼ਰੂਰ ਉਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਵੀ ਜੇਲ੍ਹਾਂ 'ਚ ਦਿੱਤੇ ਸੀਗੇ, ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਜੇਲ੍ਹਾਂ 'ਚ ਕੁਝ ਲੋਕ ਡੱਕੇ ਹੈਗੇ। ਉਹ ਕੰਜ਼ਿਊਮਰ ਹੈ, ਉਹ ਵਿਕਟਮ ਆ, ਪੀੜਤ ਆ ਨਸ਼ੇ ਤੋਂ। ਉਹਨਾਂ ਨੂੰ ਜੇਲ੍ਹ ਦੇ ਕੇ ਕੀ ਕਰਦੇ ਆ? ਤੁਸੀਂ ਉਹਨਾਂ ਨੂੰ ਰੀਹੈਬਿਲਿਟੇਟ ਕਰੋ। ਔਰ ਮੈਂ ਇੱਕ ਗੱਲ ਲਾਸਟ ਜ਼ਰੂਰ ਕਹਿ ਦਿਆਂ, ਇਹ ਨੈਕਸਸ ਹੈਗਾ, ਨੈਕਸਸ ਇੰਟਰਨੈਸ਼ਨਲ ਸਮਗਲਰਾਂ ਦਾ, ਲੋਕਲ ਪੋਲੀਟੀਸ਼ੀਅਨਾਂ ਦਾ, ਉਹ ਪਾਰਟੀ ਕੋਈ ਵੀ ਹੋਵੇ, ਔਰ ਪੁਲਿਸ ਦਾ। ਇਹਨਾਂ ਦੇ ਤਿੰਨਾਂ ਦੇ ਮੇਲ ਤੋਂ ਘੱਟੋ ਘੱਟ ਇਹ ਮੇਲ, ਫਿਰ ਥੱਲੇ ਲੋਕ ਉਹਦਾ ਨੈਟਵਰਕ ਹੈ। ਇਹ ਨਸ਼ਾ ਕਿਤੇ ਵੀ, ਇੱਕ ਪੁੜੀ ਵੀ ਜਿਹਨੂੰ ਕਹਿੰਦੇ ਆ ਨਾ, 1 ਗ੍ਰਾਮ ਵੀ ਵਿਕ ਨਹੀਂ ਸਕਦਾ ਬਿਨਾਂ ਇਸ ਨੈਕਸਸ ਤੋਂ। ਔਰ ਇਹਦੇ ਬਾਰੇ ਬੜੀ ਵਾਰ ਇੰਕਸ਼ਾਫ ਹੋ ਚੁੱਕੇ ਆ, ਬੜੀ ਵਾਰੀ ਇਹਦੇ ਬਾਰੇ ਗੱਲਾਂ ਬਾਤਾਂ ਹੋ ਚੁੱਕੀਆਂ। ਕਿੰਨੀ ਵਾਰੀ ਪੁਲਿਸ ਦੇ ਬੰਦੇ ਨਸ਼ੇ ਵੇਚਦੇ ਫੜੇ ਗਏ ਆ, ਪਰ ਇਹ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ। ਇਸ ਦਾ ਤੇ ਇੱਕੋ ਇੱਕ ਹੀ ਆ ਭੰਗੂ ਸਾਹਿਬ, ਕਿ ਕੋਈ ਵੱਡੀ ਮੂਵਮੈਂਟ ਆਏ ਜਾਂ ਕੋਈ ਦਿਆਨਤਦਾਰਾਂ ਦੀ, ਸਾਫ਼ ਸੁਥਰੇ ਲੋਕਾਂ ਦੀ ਕੋਈ ਇੱਥੇ ਸੱਤਾ ਆਏ, ਜਿਹਦੀ ਅਜੇ ਨੇੜੇ ਤੇੜੇ ਮੈਨੂੰ ਤੇ ਕੋਈ ਬਹੁਤੀ ਉਮੀਦ ਨਜ਼ਰ ਨਹੀਂ ਆਉਂਦੀ। ਹਾਂਜੀ ਭੰਗੂ ਜੀ। ਜੀ ਪ੍ਰੋਫੈਸਰ ਸਾਹਿਬ, ਤੁਸੀਂ ਕਿਹਾ ਕਿ ਵੀ ਸਾਫ਼ ਸੱਤਾ ਆਵੇ ਜਿਸ ਨਾਲ ਨਿਜ਼ਾਤ ਬਦਲ ਸਕਦਾ, ਪਰ ਲਗਾਤਾਰ ਤਬਦੀਲੀਆਂ ਤਾਂ ਪਾਰਟੀਆਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ, ਤੇ ਜੋ ਨਵੇਂ ਲੋਕ ਸਿਆਸਤ ਦੇ ਵਿੱਚ ਆਉਂਦੇ ਨੇ ਉਹਨਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਸੱਤਾ ਬਦਲ ਦਿਆਂਗੇ। ਚਾਹੇ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਓ, ਚਾਹੇ ਤੁਸੀਂ ਸੁਖਦੇਵ ਸਿੰਘ ਢੀਂਡਸਾ ਜੋ ਅਕਾਲੀ ਦਲ ਤੋਂ ਅਲੱਗ ਹੋਏ ਸੀ, ਅਕਾਲੀ ਦਲ ਡੈਮੋਕ੍ਰੈਟਿਕ ਬਣਾਇਆ ਸੀ, ਰਣਜੀਤ ਸਿੰਘ ਬਰੰਪਰਾ ਹੋਰੀ ਹੋਣ। ਤੇ ਤੁਹਾਨੂੰ ਕੀ ਲੱਗਦਾ ਹੁਣ ਵੀ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਅਕਾਲੀ ਦਲ ਡੈਮੋਕ੍ਰੈਟਿਕ ਭੰਗ ਕਰਕੇ ਰਣਜੀਤ ਸਿੰਘ ਬਰੰਪਰਾ ਤੇ ਸੁਖਦੇਵ ਸਿੰਘ ਢੀਂਡਸਾ ਮਈ ਦੇ ਪਹਿਲੇ ਹਫ਼ਤੇ ਕੋਈ ਪਾਰਟੀ ਦਾ ਐਲਾਨ ਕਰ ਸਕਦੇ ਨੇ? ਦੇਖੋ ਪੰਗੂ ਜੀ, 2 ਵਾਰੀ ਲੋਕਾਂ ਨੇ ਕੋਸ਼ਿਸ਼ ਕੀਤੀ। ਇੱਕ ਵਾਰੀ PPP, ਪੀਪਲਜ਼ ਪਾਰਟੀ ਆਫ ਪੰਜਾਬ, ਜਿਹੜੀ ਮਨਪ੍ਰੀਤ ਬਾਦਲ ਨੇ ਬਣਾਈ ਸੀ, ਤੇ ਚੋਣ ਨਿਸ਼ਾਨ ਪਤੰਗ ਸੀ। ਪਤੰਗ ਚੜੀ ਤੇ ਜ਼ਰੂਰ, ਪਰ ਬੋ ਕਾਟਾ ਹੋ ਗਈ। ਮਤਲਬ ਉਹਦੇ 'ਚ ਜਦ ਉਹਨਾਂ ਦੇ ਲੀਡਰ ਹੀ ਖੁਦ ਨਹੀਂ ਜਿੱਤ ਸਕੇ ਤੇ ਉਹ ਪਾਰਟੀ ਨੇ ਅੱਗੇ ਕੀ ਚੱਲਣਾ ਸੀ, ਤੇ ਉਹ ਜਾ ਕੇ ਕਾਂਗਰਸ ਦੇ ਵਿੱਚ ਵਿੱਤ ਮੰਤਰੀ ਬਣ ਕੇ ਆਪਣਾ ਸਥਾਨ ਉਹਨਾਂ ਨੇ ਗ੍ਰਹਿਣ ਕਰ ਲਿਆ। ਹੁਣ ਰਹੀ ਗੱਲ ਦੂਜੀ, ਕੇਜਰੀਵਾਲ ਸਾਹਿਬ ਜਿਹੜੇ ਉੱਥੇ ਉਹਨਾਂ ਨੇ ਕਾਫੀ ਟੋਪੀਆਂ ਦਾ, ਉਦੋਂ ਮੈਂ ਹੂੰ ਆਮ ਆਦਮੀ, ਅਸੀਂ ਆਮ ਆਦਮੀ, ਹੁਣ ਤੇ ਪੈਂਚਰ ਲਾਉਣ ਵਾਲਾ ਮਿਨਿਸਟਰ ਬਣੂਗਾ, ਹੁਣ ਤੇ ਝਾੜੂ ਲਾਉਣ ਵਾਲਾ ਇਸ ਦਾ ਤਾਜ ਬਣੂਗਾ। ਇਹੋ ਜਿਹੀਆਂ ਗੱਲਾਂ ਸੁਪਨੇ ਬੜੇ ਦਿਖਾਏ ਗਏ। ਇੱਥੇ ਅਸਲ ਮਾਨਿਆਂ 'ਚ ਲੋਕਤੰਤਰ ਹੋਊਗਾ, ਅਸਲ ਮਾਨਿਆਂ 'ਚ ਅਸੀਂ ਸੱਤਾ ਦੀ ਤਬਦੀਲੀ ਨਹੀਂ ਚਾਹੁੰਦੇ, ਅਸੀਂ ਵਿਵਸਥਾ ਪਰਿਵਰਤਨ ਚਾਹੁੰਦੇ ਆ, ਅਸੀਂ ਤੇ ਸਿਸਟਮ ਨਵਾਂ ਲੈ ਕੇ ਆਵਾਂਗੇ ਜਿੱਥੇ ਲੋਕਾਂ ਦਾ ਰਾਜ ਹੋਊ। ਇਹ ਇੰਨੇ ਸੁਪਨੇ ਦਿਖਾਏ ਗਏ, ਪਰ ਜੇ ਦੇਖਿਆ ਜਾਏ ਜੋ ਕਾਰਗੁਜ਼ਾਰੀ ਵੀ ਦੇਖੋ ਇਹਨਾਂ ਦੀ, ਜੋ ਜਿੰਨੇ ਕੁ 2 ਵਾਰੀ ਬੰਦੇ ਜਿੱਤੇ ਆ ਜਾਂ 3 ਵਾਰੀ ਜਿੱਤੇ ਆ, ਉਹਨੂੰ ਜੇ ਇੱਕ ਪਾਸੇ ਵੀ ਰੱਖ ਲਓ ਤੇ ਪਾਰਟੀ ਦਾ ਢਾਂਚਾ ਇਹੋ ਜਿਹਾ ਬਣਾਇਆ ਜਿਹੜਾ ਹੈ ਹੀ ਨਹੀਂ। ਸਾਰੀ ਸੱਤਾ ਸਵਰਾਜ ਜਿਹੜਾ ਕੇਜਰੀਵਾਲ ਨੇ ਕਿਤਾਬ ਲਿਖੀ ਸੀ, ਉਹਦੇ ਉਲਟ ਕੇਜਰੀਵਾਲ ਦੇ ਹੱਥ 'ਚ ਕੇਂਦਰਿਤ ਆ। ਜੋ ਕੇਜਰੀਵਾਲ ਚਾਹੇ ਉਹੀ ਹੋਊਗਾ। ਜੇ ਉਹ ਚਾਹੇ ਕਿ ਇਹ ਨਹੀਂ ਹੋਣਾ ਚਾਹੀਦਾ, ਯਾਦਵ, ਪ੍ਰਸ਼ਾਂਤ ਭੂਸ਼ਣ, ਅਜੀਤ ਚਾਹ, ਆਨੰਦ ਕੁਮਾਰ ਪ੍ਰੋਫੈਸਰ, ਇਹ ਸਾਰੇ ਬਾਹਰ ਕੱਢਦੇ ਸੀ। ਤੁਹਾਨੂੰ ਪਤਾ ਉਹਨਾਂ ਨੇ 1 ਸਾਲ 'ਚ ਹੀ ਬਾਹਰ ਕੱਢ ਦਿੱਤੇ। ਬਿਲਕੁਲ ਜੀ, ਬਿਲਕੁਲ। ਇਸ ਕਰਕੇ ਮੈਂ ਬਾਰ-ਬਾਰ ਗੱਲ ਕਰਦਾ ਕਿ ਇੱਥੋਂ ਵੀ ਜਿਹੜੀ ਪਰਿਵਰਤਨ ਦੀਆਂ ਉਮੀਦਾਂ ਸੀ ਕਿ ਵਿਵਸਥਾ ਪਰਿਵਰਤਨ ਹੋਊ, ਉਹ ਨਹੀਂ ਦਿਖ ਰਿਹਾ। ਜਿਸ ਕਿਸਮ ਨਾਲ ਸਾਰੀ ਸੱਤਾ ਮੋਦੀ ਦੇ ਉੱਤੇ ਆਧਾਰਿਤ ਹੋ ਗਈ, ਲੋਕ ਮੋਦੀ ਸਰਕਾਰ ਕਹਿੰਦੇ ਆ, ਬੀਜੇਪੀ ਸਰਕਾਰ ਕਹਿੰਦੇ ਹੀ ਨਹੀਂ। ਕੋਈ ਕਹਿੰਦਾ ਬੀਜੇਪੀ ਦੀ ਸਰਕਾਰ, ਇਹੋ ਕਹਿੰਦੇ ਮੋਦੀ ਸਰਕਾਰ। ਉਹਨਾਂ ਨੇ ਘਵਾਇਆ ਵੀ, ਰੱਟਾ ਵੀ ਲੋਕਾਂ ਨੂੰ ਇਹੋ ਲਵਾਇਆ, ਮੋਦੀ ਮੋਦੀ। ਇੱਥੇ ਕੇਜਰੀਵਾਲ ਹੋਈ ਜਾਂਦਾ। ਜਦੋਂ ਸੱਤਾ ਦਾ ਇੰਦਾ ਕੇਂਦਰੀਕਰਨ ਹੋ ਜਾਂਦਾ, ਫਿਰ ਉੱਥੇ ਸਵਰਾਜ ਤੇ ਲੋਕਤੰਤਰ ਤੇ ਲੋਕ ਆਵਾਜ਼ ਦੀ ਕੋਈ ਜਗ੍ਹਾ ਨਹੀਂ ਹੁੰਦੀ। ਇਹੀ ਕਾਰਨ ਆ ਕਿ ਲੋਕ ਆ ਪਿਛਲੀਆਂ ਜਨਰਲ ਇਲੈਕਸ਼ਨਾਂ 'ਚੋਂ ਪਿੱਛੇ ਹਟੇ। ਹੁਣ ਜਿਹੜੀ ਗੱਲ ਕਰਦੇ ਤੁਸੀਂ ਜਿਹੜੇ ਪਾਰਟੀਆਂ 'ਚੋਂ ਨਿਕਲੇ ਹੋਏ ਆ ਬਈ, ਤਾਂ ਮੈਂ ਤੇ ਇਸ ਗੱਲ ਤੋਂ ਬੜਾ ਹੈਰਾਨ ਆ ਕਿ ਸੁਖਦੇਵ ਸਿੰਘ ਢੀਂਡਸਾ ਤੇ ਰਿਸਪੈਕਟਡ ਸਾਡੇ ਰਣਜੀਤ ਸਿੰਘ ਬ੍ਰਹਮਪੁਰਾ ਹੋਣੀ, ਇਹਨਾਂ ਨੂੰ ਇਸ ਉਮਰੇ ਪਾਰਟੀ ਤੋਂ ਬਾਹਰ ਜਾਣ ਦੀ ਲੋੜ ਕੀ ਸੀ?
ਕੀ ਨਹੀਂ ਸੀ ਮਿਲਿਆ ਇਹਨਾਂ ਨੂੰ? ਮੈਂ ਕੋਈ ਅਕਾਲੀਆਂ ਦੇ ਤੌਰ ਤੇ ਨਹੀਂ ਹੁਣ ਗੱਲ ਕਰ ਰਿਹਾ। ਤੁਸੀਂ ਇਹ ਦੇਖੋ ਨਾ ਕਿ ਇਲੈਕਸ਼ਨ ਦੇ ਬੂਤੇ ਢੀਂਡਸਾ ਸਾਹਿਬ ਜਿੱਤਦੇ ਨਹੀਂ ਸੀ ਕਦੀ, 2-3 ਵਾਰੀ ਹਾਰੇ ਵੀ ਹੈ, ਉਹਦੇ ਬਾਵਜੂਦ ਵੀ ਕੈਬਨਿਟ ਮਿਨਿਸਟਰ ਰਹੇ। ਹੋਰ ਇੱਥੇ ਕੀ ਹੈ, ਮਖਾਣੇ ਲੈਣੇ ਹੁੰਦੇ ਪਾਰਟੀ ਤੋਂ? ਤੁਸੀਂ ਚੁੱਪ ਕਰਕੇ ਆਪਣਾ ਪਾਰਟੀ ਦੇ ਵਿੱਚ ਇੱਕ ਇੱਜ਼ਤ ਬਣਾ ਕੇ ਬੈਠੇ ਰਹੋ। ਮੁੰਡਾ ਕਿਸੇ ਹੋਰ ਪਾਸੇ ਜਾਣਾ ਤੇ ਉਹਨੂੰ ਭੇਜ ਦਿੰਦੇ। ਇਹਨਾਂ ਨੇ ਇਹ ਬਾਹਰ ਆ ਕੇ ਪਦਮ ਭੂਸ਼ਣ ਲੈ ਕੇ ਕੋਸ਼ਿਸ਼ ਕੀਤੀ ਕਿ ਮੈਂ ਬੀਜੇਪੀ ਨੂੰ ਵਾਅਦਾ ਕੀਤਾ ਹੁਣ ਅੰਦਰੋਂ ਅੰਦਰੀ ਕਿ ਅਸੀਂ ਇਹਨਾਂ ਨੂੰ ਢਾਹ ਲਾ ਦਿਆਂਗੇ, ਚਿੱਤ ਕਰ ਦਿਆਂਗੇ, ਬੀਜੇਪੀ ਦੀ ਸਰਕਾਰ ਆਊਗੀ ਐਤਕੀ ਐਸਜੀਪੀਸੀ ਦੀਆਂ ਵੀ ਜੜ੍ਹਾਂ ਖਾੜ ਦਿਆਂਗੇ ਤੇ ਅਕਾਲੀ ਦਲ ਨੂੰ ਤੇ ਅਸੀਂ ਛੱਡਣਾ ਹੀ ਨਹੀਂ। ਇਹੋ ਜਿਹੀਆਂ ਗੱਲਾਂ ਕਿਤੇ ਉੱਥੇ ਹੋਈਆਂ ਹੋਣਗੀਆਂ। ਐਵੇਂ ਪਦਮ ਭੂਸ਼ਣ ਦਿੰਦੇ ਨਹੀਂ ਕੋਈ ਵੀ, ਪਰ ਉਹ ਤੇ ਸਾਰਾ ਕੱਖ ਨਹੀਂ ਰਿਹਾ, ਚੱਲਿਆ ਨਹੀਂ। ਬ੍ਰਹਮਪੁਰਾ ਹੁਣੀ ਵੀ ਇਸੇ ਤਰ੍ਹਾਂ ਹੀ ਆਏ ਕਿ ਅਸਲੀ ਅਕਾਲੀ ਦਲ, ਇਹ ਕਹਿੰਦੇ ਕਿ ਨਾ ਅਸਲੀ ਅਕਾਲੀ ਦਲ ਸੁਖਦੇਵ ਢੀਂਡਸੇ ਦਾ ਡੈਮੋਕ੍ਰੇਟਿਕ। ਹੁਣ ਉਹ ਦੋਵੇਂ ਮਾਰੇ ਇੱਕ ਦੂਜੇ ਨੂੰ ਮਿਲਦੇ ਆ। ਉਹਨਾਂ ਨੇ ਕਿਹਾ, ਮੈਂ ਸਵੇਰੇ ਕਿਸੇ ਨੂੰ ਪੁੱਛਿਆ, ਮੈਂ ਕਿਹਾ ਵੀ ਇਹਦਾ ਕੀ ਇੰਪੈਕਟ ਹੋਊਗਾ, ਜ਼ੋਰ ਫੜ ਜੂਗੀ, ਅੱਗ ਲੱਗ ਜੂਗੀ ਕਿ ਜਾਂ ਐਵੇਂ ਫੁਰਫੁਰ ਕਰਕੇ ਜਿਹੜੀ ਛੁਰਲੀ ਕਈ ਵਾਰੀ ਚੱਲਦੀ ਨਹੀਂ ਥੱਲੇ ਹੀ ਰਹਿ ਜਾਂਦੀ ਜੀ। ਉਹ ਕਹਿੰਦੇ ਜੀ, ਉਹ ਬੜੇ ਸਿਆਣੇ ਬੰਦੇ ਆ, ਉਹ ਕਹਿੰਦੇ 0+0 = 0। ਮੈਂ ਸਾਰੀ ਗੱਲ ਸਮਝਿਆ। ਮੈਂ ਕਿਹਾ ਇੱਥੇ ਹੀ ਰੁਕ ਜਾਓ, ਬਾਕੀ ਦੀ ਕੋਈ ਲੋੜ ਨਹੀਂ, ਮੈਂ ਸਮਝ ਗਿਆ ਕੀ ਕਹਿਣਾ ਚਾਹੁੰਦੇ ਆ ਤੁਸੀਂ। ਇਸ ਲਈ ਭੰਗੂ ਜੀ, ਇਹ ਜਿਹੜੇ ਇਹੋ ਜਿਹੇ ਅਲਾਇੰਸ ਆ ਜਿਹੜੇ ਮਤਲਬ ਬਾਹਰ ਚਲੇ ਗਏ, ਜਿਨ੍ਹਾਂ ਨੇ ਆਪ ਹੀ ਆਪਣੇ ਪੈਰਾਂ ਤੇ ਕੁਹਾੜੀ ਮਾਰੀ, ਹੁਣ ਉਹਨਾਂ ਨੇ ਕੀ ਕਰਨਾ? ਮੁਸ਼ਕਲ ਆ। ਅੰਦਰ ਰਹਿੰਦੇ ਤੇ ਸ਼ਾਇਦ ਸਗੋਂ ਮਾੜਾ ਮੋਟਾ ਕੋਈ ਚੰਗੀ ਆਵਾਜ਼ ਉੱਥੇ ਅੰਦਰ ਰਹਿੰਦੀ। ਹੁਣ ਇਹ ਤੇ ਉਹ ਪਲੇਟਫਾਰਮ ਵੀ ਛੱਡ ਆਏ, ਨਵਾਂ ਕੁਝ ਬਣਿਆ ਨਹੀਂ। ਇਹਨਾਂ ਦੇ ਤੇ ਦਿਹਾੜੇ ਮੁਸ਼ਕਲ ਆ। ਬਾਕੀ ਛੋਟੇ ਹੋਰ ਬੰਦੇ ਫਿਰਦੇ ਆ, ਵੀਰ ਦਵਿੰਦਰ ਹੈਗੇ ਆ, ਅਕਾਲੀ ਦਲ 1920 ਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਯੂਨਾਈਟਿਡ ਅਕਾਲੀ ਦਲ ਆ, ਉਹਦੇ ਵੀ ਗਾਂ 2 ਬਣ ਗਏ ਹੋਏ ਆ। ਕਈ ਕਿਸਮ ਦੇ ਅਕਾਲੀ ਦਲ ਵੀ ਹੈਗੇ ਆ। ਔਰ ਇਸੇ ਤਰੀਕੇ ਨਾਲ ਸਾਡੇ ਕੋਲ ਹੋਰ ਛੋਟੀਆਂ ਪਾਰਟੀਆਂ ਹੈ, BSP ਹੈ, ਬੈਂਸ ਬ੍ਰਦਰਸ ਹੈ, ਖਹਿਰਾ ਜੀ ਵੀ ਫਿਰਦੇ ਕਿਤੇ ਨਾ ਕਿਤੇ, ਕੋਈ ਨਾ ਕੋਈ ਜਗ੍ਹਾ ਮਿਲੇ। ਖੈਰ ਇੱਕ ਤੇ ਜਗਮੀਤ ਬਰਾੜ ਤੇ ਚਲੋ ਅਕਾਲੀਆਂ 'ਚ ਜੋ ਦੁਬਾਰਾ ਚਲੇ ਗਏ। ਹੁਣ ਇਹ ਸਾਰੀਆਂ ਫੋਰਸਿਸ, ਤੁਹਾਨੂੰ ਕੀ ਲੱਗਦਾ, ਤੁਸੀਂ ਆਪ ਵੀ ਸਿਆਣੇ ਆ, ਕਿ ਇਹ ਮਿਲ ਵੀ ਜਾਣ, ਇਕੱਠੇ ਹੋ ਵੀ ਜਾਣ? ਪਹਿਲਾਂ ਤੇ ਇਕੱਠੇ ਹੋਣਾ ਹੀ ਬੜਾ ਮੁਸ਼ਕਿਲ ਹੈ, ਕਿਉਂਕਿ ਸਾਰੇ ਚੀਫ ਮਿਨਿਸਟਰੀ ਦੇ ਦਾਅਵੇਦਾਰ ਆ। ਤੇ ਜੇ ਇਕੱਠੇ ਹੋ ਵੀ ਜਾਂਦੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਭਰੋਸਾ ਦਵਾ ਪਾਉਣਗੇ ਕਿ ਅਸੀਂ ਉਹਨਾਂ ਨਾਲੋਂ ਬੈਟਰ ਨਿਜ਼ਾਮ ਦੇਵਾਂਗੇ। ਕਾਰਨ ਉਹਦਾ ਮੈਂ ਦੱਸਦਾ, ਕਿਉਂਕਿ ਉਹਨਾਂ 'ਚੋਂ ਜ਼ਿਆਦਾਤਰ ਲੋਕ ਨਿਕਲੇ ਹੋਏ ਜਾਂ ਉਹਨਾਂ ਪਾਰਟੀਆਂ ਵਰਗੇ ਹੀ ਲੋਕ, ਜੋ ਲੋਕਾਂ ਦਾ ਤਜਰਬਾ ਉਹਨਾਂ ਪਾਰਟੀਆਂ ਪ੍ਰਤੀ ਹੋਵੇ। ਤੇ ਫਿਰ ਇੰਜ ਸੋਚੋ ਕਿ ਤੁਸੀਂ ਉਹ ਇੱਕ ਇੱਥੇ ਵਿਵਸਥਾ ਬਦਲਣ ਲਈ, ਜੋ ਪੰਜਾਬ ਨੂੰ ਚਾਹੀਦਾ, ਉਹਦੇ ਲਈ ਕੋਈ ਵੱਡੀ ਤਬਦੀਲੀ ਲੈ ਕੇ ਆ ਜਾਣਗੇ। ਜੋ ਪੰਜਾਬ ਇੱਕ ਇਨਕਲਾਬ ਚਾਹੁੰਦਾ, ਬੇਸਿਕਲੀ ਨਵੇਂ ਕਿਸਮ ਦੇ ਚਿਹਰੇ, ਨਵੀਂ ਕਿਸਮ ਦਾ ਇੱਕ ਜਿਹਾਦ ਚਾਹੁੰਦਾ, ਸਫਾਈ ਕਰਨੀ ਚਾਹੁੰਦਾ, ਉਹ ਲੋਕਾਂ ਨੇ ਇੱਕ ਵਾਰੀ ਤੇ ਝਾੜੂ ਆਪ ਵਾਲਾ ਚੁੱਕਿਆ ਸੀ, ਹੁਣ ਉਹਨਾਂ ਨੇ ਰੱਖ ਦਿੱਤਾ। ਹੁਣ ਅੱਗੇ ਦੇਖੋ ਕਿ ਹੁਣ ਨਵੀਂ ਚੀਜ਼ ਕਿਹੜੀ ਚੁੱਕਦੇ ਆ। ਹਾਂਜੀ ਪੰਗੂ ਸਾਹਿਬ। ਫਿਰ ਪ੍ਰੋਫੈਸਰ ਸਾਹਿਬ, ਜੋ ਸਿਆਸੀ ਨਿਜ਼ਾਮ ਹੈ ਪੰਜਾਬ ਦਾ ਜਾਂ ਫਿਰ ਪੂਰੇ ਹਿੰਦੁਸਤਾਨ ਦਾ, ਤਾਂ ਫਿਰ ਇਹ ਬਦਲੂ ਕਿਵੇਂ? ਦੇਖੋ, ਇਹ ਚੀਜ਼ਾਂ, ਸਾਡਾ ਨਾ ਸਿਸਟਮ ਬਹੁਤ ਕੰਪਲੈਕਸ ਹੈ। ਕਿਤੇ ਕੰਟਰੀ ਆ 135 ਕਰੋੜ ਦਾ, ਉੱਥੇ ਕਿਤੇ ਕੁਛ ਆ, ਕਿਤੇ ਕੁਛ ਆ। ਅਸਾਮਾਪਣ ਬਹੁਤ ਆ, ਸਮਾਜਿਕ ਤੌਰ ਤੇ ਵੀ, ਸੱਭਿਆਚਾਰਕ ਤੌਰ ਤੇ ਵੀ, ਵਿਕਾਸ ਤੌਰ ਤੇ ਵੀ, ਭਾਸ਼ਾ ਦਾ, ਫਿਰ ਕੁਦਰਤੀ ਸੋਮਿਆਂ ਦੇ ਤੌਰ ਤੇ ਵੀ, ਸਾਰਾ ਕਿਸਮ ਦਾ ਅਸਾਮਾਪਣ ਬਹੁਤ ਆ। ਜੇ ਇਹ ਸਮਝੋ ਕਿ ਸਮੁੱਚੇ ਦੇਸ਼ 'ਚ ਕੁਝ ਇਕੱਠਾ ਹੋ ਜੂਏ ਤੇ ਮੈਨੂੰ ਬੜੀ ਅਤਕਥਨੀ ਵਾਲੀ ਗੱਲ ਲੱਗਦੀ ਹੈ। ਪਰ ਜੇ ਸੂਬਿਆਂ ਪੱਧਰ ਤੇ ਤੁਸੀਂ ਸੋਚੋ, ਹੁਣ ਪੰਜਾਬ ਦੀ ਗੱਲ ਕਰੀਏ, ਤਾਂ ਮੈਨੂੰ ਲੱਗਦਾ ਕਿ ਬਹੁਤ ਕੁਝ ਹੋ ਰਿਹਾ, ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ। ਉਮੀਦ ਕਾਹਨੂੰ ਛੱਡਣੀ ਹੈ? ਕਦੀ ਤੁਸੀਂ ਅੱਜ ਤੋਂ ਸਾਲ ਪਹਿਲਾਂ ਸੋਚਿਆ ਸੀ ਕਿ ਏਡੀ ਵੱਡੀ, ਏਡੀ ਵਿਸ਼ਾਲ, ਏਡੀ ਮਜ਼ਬੂਤ ਕਿਸਾਨ ਮੂਵਮੈਂਟ ਨਿਕਲ ਆਊਗੀ? ਇਹ ਜਿਵੇਂ ਜਿਵੇਂ ਸਿਸਟਮ ਦਾ ਸੰਕਟ ਵਧਣਾ, ਉਵੇਂ ਫੋਰਸਿਸ ਨੇ ਹੋਰ ਅਨਲੀਸ਼ ਹੋਣਾ, ਉਵੇਂ ਚੰਗੇ ਲੋਕਾਂ ਦਾ ਬੋਲਬਾਲਾ ਹੋਣਾ, ਤੇ ਉਵੇਂ ਜਿਹੜੀਆਂ ਪੁਰਾਣੀਆਂ ਪਾਰਟੀਆਂ ਆ, ਰਵਾਇਤੀ ਪਾਰਟੀਆਂ, ਉਹਨਾਂ ਦਾ ਸਫਾਇਆ ਹੋਣਾ। ਹੁਣ ਤੁਸੀਂ ਇਹ ਆਪ ਦੇਖੋ ਕਿ ਪਾਰਟੀਆਂ ਤੋਂ ਬਗੈਰ ਜਿੱਥੇ ਹਰ ਬੰਦਾ, ਹਰ ਕਿਸਾਨ, ਹਰ ਮਜ਼ਦੂਰ ਉਹਨਾਂ ਪਾਰਟੀਆਂ ਦੀ ਤੂਤੀ ਬੋਲਦੀ ਹੈ, ਤੇ ਉਹਨਾਂ ਦੇ ਯਾਨੀ ਬਾਹਰ ਖੜੇ ਰਹਿੰਦੇ ਸੀ, ਕਈ ਗੇੜੇ ਮਾਰਦੇ ਸੀ ਦਰਸ਼ਨ ਕਰਨ ਲਈ ਲੀਡਰ ਦੇ। ਐਤਕੀ ਇਹਨਾਂ ਕਿਸਾਨਾਂ ਨੇ ਲੀਡਰਾਂ ਨੂੰ ਲਾਗੇ ਨਹੀਂ ਫਟਕਣ ਦਿੱਤਾ, ਵਿਚਾਰੇ ਕਈ ਗਏ, ਉਹਨਾਂ ਨੂੰ ਹੂਟਿੰਗ ਕਰਕੇ ਵਾਪਸ ਕਰਤਾ। ਕਿੰਨੇ ਤਰਲੋ ਮੱਛੀ ਹੋ ਰਹੇ ਸੀਗੇ ਕਿ ਏਡੇ ਵੱਡੇ ਇਕੱਠ ਹੋਣ, ਏਡੀ ਵੱਡੀ ਮੂਵਮੈਂਟ ਹੋਏ, ਤੇ ਉਹਨਾਂ ਨੂੰ ਰਾਜਨੀਤਿਕ ਲੋਕਾਂ ਨੂੰ ਲਾਗੇ ਨਾ ਕਿਸਾਨ ਲਾਗੇ ਨਾ ਸਟੇਜ ਦੇ ਲੱਗਣ ਦੇਣ। ਇਹ ਕਿਤੇ ਛੋਟੀ ਬੇਇੱਜ਼ਤੀ ਵਾਲੀ ਗੱਲ ਆ। ਮੈਂ ਇਹ ਨਹੀਂ ਕਹਿੰਦਾ ਕਿ ਇਹਦੇ ਨਾਲ ਕੋਈ ਬਹੁਤ ਵੱਡੀ ਤਬਦੀਲੀ ਆ ਗਈ ਆ, ਪਰ ਇੱਕ ਨਵਾਂ ਰਸਤਾ, ਨਵੀਂ ਸੋਚ, ਨਵੀਂ ਵਿਉਂਤਬੰਦੀ, ਜਿਹੜੀ ਲੋਕ ਸੈਂਟਰਿਕ ਚੀਜ਼ਾਂ, ਲੋਕਾਂ ਦੇ ਕੇਂਦਰਿਤ ਜਿਹੜੀਆਂ ਨਵੀਆਂ ਪਾਲਿਸੀਆਂ, ਉਸ ਕਿਸਮ ਦੀ ਰਾਜਨੀਤੀ, ਉਹ ਸਾਰੀ ਉਹਦੀ ਇੱਕ ਨਿਉ ਤੇ ਰੱਖੀ ਗਈ ਹੈ, ਇੱਕ ਰਸਤਾ ਤੇ ਤੈਅ ਹੋ ਗਿਆ।
ਹੁਣ ਇਸ ਰਸਤੇ ਤੇ ਚੱਲ ਕੇ ਕਦੋਂ ਕੋਈ ਨਵੇਂ ਲੋਕ, ਕਿਸ ਕਿਸਮ ਦੇ ਉਹ ਲੋਕ ਹੋਣਗੇ, ਉਹ ਲਿਖਾਰੀ ਹੋਣਗੇ, ਪਲੈਨਰ ਹੋਣਗੇ, ਸਪੋਰਟਸਮੈਨ ਹੋਣਗੇ, ਕਿਸਾਨ ਹੋਣਗੇ, ਮਜ਼ਦੂਰ ਹੋਣਗੇ, ਹੋਰ ਫਿਲੈਂਥਰੋਪਿਸਟ ਹੋਣਗੇ, ਕਿਹੜੇ ਕਿਹੜੇ ਕਿਸਮ ਦੇ ਲੋਕ ਉਹ ਹੋਣਗੇ, ਇਹ ਤੇ ਜਿਵੇਂ ਜਿਵੇਂ ਚੀਜ਼ਾਂ ਅਨਫੋਲਡ ਹੋਣਗੀਆਂ ਉਵੇਂ ਉਵੇਂ ਉਹ ਨਿੱਤਰ ਕੇ ਸਾਹਮਣੇ ਆਉਂਦੇ ਰਹਿਣਗੇ। ਪਰ ਜੇ ਇਹ ਸਮਝੋ ਕਿ ਪੁਰਾਣੇ ਰਵਾਇਤੀ ਢੰਗ ਦੇ ਨਾਲ ਜਿਵੇਂ ਅਸੀਂ ਦੇਸ਼ ਨੂੰ ਅੱਗੇ ਚਲਾਉਂਦੇ ਰਹੇ ਹਾਂ, ਪੰਜਾਬ ਨੂੰ ਚਲਾਉਂਦੇ ਰਹੇ ਹਾਂ, ਉੱਤਰਕਾਂਟੋਂ ਮੈਂ ਚੜੋ ਦਾ ਫਾਰਮੂਲਾ ਲਾ ਕੇ, ਇਹਨੂੰ ਹੁਣ ਉਸ ਤਰੀਕੇ ਨਾਲ ਚਲਾਉਣਾ ਬਹੁਤ ਮੁਸ਼ਕਿਲ ਆ। ਲੋਕਾਂ 'ਚ ਜਾਗਰਤੀ ਆ ਗਈ ਹੈ। ਜਿਵੇਂ ਜੋ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਤੇ ਹਰਿਆਣੇ ਤੇ ਪੱਛਮੀ ਯੂਪੀ 'ਚ ਬੀਜੇਪੀ ਨਾਲ ਹੋ ਰਿਹਾ, ਉਹ ਹਰ ਲੀਡਰ ਦੇ ਨਾਲ ਹੋਊਗਾ। ਮੈਂ ਬੜੇ ਸਾਫ਼ ਸ਼ਬਦਾਂ 'ਚ ਕਹਿ ਰਿਹਾ, ਉਹ ਆਉਣ ਵਾਲੇ ਸਮੇਂ 'ਚ ਹਰ ਲੀਡਰ ਨਾਲ ਹੋਊਗਾ ਜੇ ਉਹ ਸੁਧਰਿਆ ਨਾ। ਚੰਗੀ ਗੱਲ ਹੈ ਸੁਧਰ ਜਾਣ, ਪਰ ਕਿਉਂਕਿ ਆਦਤਾਂ ਇੰਨੀਆਂ ਵਿਗੜੀਆਂ, ਉਹਨੂੰ ਜੇ ਸੁਧਾਰੋਗੇ ਵੀ ਤੇ ਕਿੰਨਾ ਕੁ ਸੁਧਾਰੋਗੇ। ਇਸ ਲਈ ਜਾਂ ਤੇ ਉਹ ਸੁਧਰ ਜਾਣ ਜਾਂ ਫਿਰ ਲੋਕ ਸੁਧਾਰਨਗੇ, ਹੋਰ ਇਹਦਾ ਕੋਈ ਹੱਲ ਨਹੀਂ। ਲੋਕ ਆਪਣੀ ਸ਼ਕਤੀ, ਜਿਹੜੀ ਲੋਕਤੰਤਰਿਕ ਸ਼ਕਤੀ ਜੋ ਸੰਵਿਧਾਨ ਨੇ ਦਿੱਤੀ ਹੈ, ਉਹ ਫਿਰ ਆਪਣੇ ਹੱਥ 'ਚ ਲੈ ਕੇ ਅੱਗੇ ਵਧਣਗੇ। ਹਾਂਜੀ ਪੰਗੂ ਜੀ। ਪ੍ਰੋਫੈਸਰ ਸਾਹਿਬ, ਗੱਲ ਸਿਆਸਤ ਦੀ ਚੱਲ ਰਹੀ ਸੀ, ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਕਿੱਥੇ ਕ ਰੱਖ ਕੇ ਦੇਖਦੇ ਹੋ? ਕਿਉਂਕਿ ਕਾਂਗਰਸ ਵਿੱਚ ਹੁੰਦਿਆਂ ਉਹਨਾਂ ਨੇ ਆਪਣੀ ਸਰਕਾਰ ਤੇ ਹਮਲੇ ਕਰਨੇ, ਤੇ ਬੀਜੇਪੀ ਤੇ ਤਾਂ ਖੈਰ ਉਹਨਾਂ ਨੇ ਪੱਲਾ ਕਦੋਂ ਦਾ ਛੱਡਿਆ ਹੋਇਆ। ਤੇ ਅੱਜ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਸਥਿਤੀ ਕਿੱਥੇ ਕ ਦੇਖਦੇ ਹੋ? ਕੀ ਉਹ ਅੱਗੇ ਸਟੈਂਡ ਲੈ ਸਕਦੇ ਨੇ ਤੁਹਾਡੇ ਤਜਰਬੇ ਅਨੁਸਾਰ? ਦੇਖੋ, ਨਵਜੋਤ ਸਿੰਘ ਸਿੱਧੂ ਦਾ ਜਿੱਥੇ ਤੱਕ ਪਰਸਨਲ ਇਮੇਜ ਆ, ਉਹਦੇ ਬਾਰੇ ਤਾਂ ਕੋਈ ਬਹੁਤੀ ਕੰਟਰੋਵਰਸੀ ਨਹੀਂ। ਇੱਕ ਪਾਪੂਲਰ ਇਮੇਜ ਆ, ਲੋਕ ਉਹਨਾਂ ਨੂੰ ਚਾਹੁੰਦੇ ਵੀ ਆ, ਮੰਨਦੇ ਵੀ ਆ। ਇਸੇ ਕਰਕੇ ਹਰ ਪਾਰਟੀ ਕਹਿੰਦੀ ਆ ਜਿਹਦੇ ਅੰਦਰ ਆ ਉਹ ਕਹਿੰਦਾ ਕਿਤੇ ਜਾਵੇ ਨਾ, ਜਿਹਦੇ ਅੰਦਰ ਨਹੀਂ ਉਹ ਕਹਿੰਦਾ ਮੇਰੇ ਵੱਲ ਆ ਜੇ। ਸਾਰਿਆਂ ਦੇ ਬਿਆਨ ਆਉਂਦੇ ਰਹਿੰਦੇ ਆ। ਪਰ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ, ਉਹਨਾਂ ਦਾ ਆਲਟਰਨੇਟਿਵ ਪ੍ਰੋਗਰਾਮ, ਉਹਨਾਂ ਦਾ ਆਲਟਰਨੇਟਿਵ ਵਿਜ਼ਨ, ਵਿਕਲਪਿਕ ਵਿਜ਼ਨ, ਔਰ ਪੰਜਾਬ ਲਈ, ਪੰਜਾਬ ਨੂੰ ਕਿਸ ਰਸਤੇ ਤੇ ਲਿਜਾ ਕੇ ਉਹਨਾਂ ਦੀਆਂ ਆਰਥਿਕ ਨੀਤੀਆਂ ਕੀ ਹੋਣਗੀਆਂ, ਰਾਜਨੀਤਿਕ ਪਿਉਂਤੜੇਬਾਜ਼ੀ ਕੀ ਹੋਊਗੀ, ਗਵਰਨੈਂਸ ਕਿਵੇਂ ਠੀਕ ਹੋਊਗੀ। ਕੱਲਾ ਨਾਰੇ ਮਾਰਨ ਨਾਲ, ਸਟੇਜਾਂ ਤੇ ਭਾਸ਼ਣ ਦੇਣ ਨਾਲ ਤੇ ਨਹੀਂ ਨਾ ਹੋ ਜਾਊਗਾ। ਬੜੀਆਂ ਕਰੋ ਮਾਰੋ ਤਾੜੀ ਨਾਲ ਨਹੀਂ ਗੱਲ ਹੋ ਜਾਣੀ। ਸਾਡਾ ਵੀਰ ਆ, ਮੈਂ ਕੋਈ ਉਹਨਾਂ ਨੂੰ ਲਾ ਕੇ ਨਹੀਂ ਗੱਲ ਕਰ ਰਿਹਾ। ਪਰ ਜੇ ਵਾਕਿਆ ਹੀ ਨਵਜੋਤ ਸਿੰਘ ਸਿੱਧੂ, ਲੋਕ ਵੀ ਜਿਵੇਂ ਚਾਹੁੰਦੇ ਆ ਤੇ ਉਹ ਖੁਦ ਵੀ ਚਾਹੁੰਦੇ ਆ ਕਿ ਮੈਂ ਇੱਥੇ ਪੰਜਾਬ ਦੀ ਕਾਇਆ ਕਲਪ ਪਲਟਾਂ, ਤਾਂ ਫਿਰ ਉਹਨਾਂ ਨੂੰ ਥੋੜਾ ਜਿਹਾ ਆਪਣਾ ਪਲੈਨਿੰਗ ਅਨਫੋਲਡ ਕਰਨੀ ਚਾਹੀਦੀ ਹੈ ਔਰ ਆਪਣੀ ਟੀਮ ਲੈ ਕੇ ਆਉਣਾ ਚਾਹੀਦਾ। ਇਹ ਨਹੀਂ ਕਿ ਪਾਰਟੀਆਂ ਕਹਿਣ ਆ ਜਾਓ ਤੇ ਉਹ ਕਿਸੇ ਪਾਸੇ ਚਲੇ ਜਾਣ। ਉਹ ਇਸ ਤਰ੍ਹਾਂ ਤੇ ਜਾਣਗੇ ਵੀ ਨਹੀਂ, ਕਿਉਂਕਿ ਉਹ ਜਿਸ ਗੱਡੀ 'ਚ ਚੜੇ ਆ ਉਹਦੇ ਤੋਂ ਵਧੀਆ ਗੱਡੀ 'ਚ ਜਾਣਗੇ। ਜੇ ਕੋਈ ਰੇਲਵੇ ਗੱਡੀ 'ਚ ਬੈਠਾ ਮਤਲਬ, ਤਾਂ ਉਹ ਫਿਰ ਜਹਾਜ਼ 'ਚ ਜਾਊਗਾ। ਉਹ ਇਹ ਥੋੜੀ ਕਿ ਉਹਦੇ 'ਚੋਂ ਗੱਡੇ ਤੇ ਆ ਜਾਊਗਾ, ਬਲਦਾਂ ਵਾਲੇ ਗੱਡੇ ਤੇ। ਇਸ ਤਰ੍ਹਾਂ ਨਹੀਂ ਹੈ। ਹੁਣ ਬਹੁਤ ਸਾਰੀਆਂ ਜਿਹੜੀਆਂ ਰਾਜਨੀਤਿਕ ਪਲੇਟਫਾਰਮ ਆ, ਉਹ ਬਲਦਾਂ ਵਾਲੇ ਗੱਡੇ ਵਾਲਾ, ਉਹ ਵੀ ਆਵਾਜ਼ਾਂ ਮਾਰੀ ਜਾਂਦੇ ਆ ਜਾਓ ਓਏ, ਆ ਜਾਓ ਓਏ। ਤੇ ਉੱਥੇ ਤੇ ਉਹ ਫਿਰ ਉਹਨਾਂ ਦੀ, ਮੇਰਾ ਖਿਆਲ ਹੈ, ਪਤਾ ਲੱਗ ਜਾਂਦਾ। ਸਿੱਧੂ ਸਾਹਿਬ ਨੂੰ ਵੀ ਪਤਾ ਹੋਊਗਾ। ਇਸ ਲਈ ਮੈਨੂੰ ਇਹ ਸਾਰੀ ਗੱਲ 'ਚ ਪੰਗੂ ਸਾਹਿਬ ਜਿਹੜਾ ਗੈਪ ਲੱਗਦਾ ਕਿ ਬੰਦਾ ਇਕੱਲਾ ਕਿੰਨਾ ਵੀ ਤਕੜਾ ਹੋਵੇ, ਉਹ ਕਿੰਨਾ ਵੀ ਪਾਪੂਲਰ ਹੋਵੇ, ਪਰ ਆਫਟਰ ਆਲ ਪਾਰਟੀ ਤੇ ਪਾਰਟੀ ਹੁੰਦੀ ਹੈ। ਜਾਂ ਇੱਕ ਪਲੇਟਫਾਰਮ ਤੇ ਜਿੱਥੋਂ ਤੁਸੀਂ ਲਾਂਚ ਕਰਨਾ ਉਹ ਹੁੰਦਾ ਹੀ ਹੈ। ਉਹ ਇੱਕ ਟੀਮ ਦਾ ਜਿਹੜਾ ਹੋ ਜਾਏ, ਤੇ ਬਣੀ ਬਣਾਈ ਟੀਮ 'ਚ ਸਿੱਧੂ ਸਾਹਿਬ ਵੜ ਕੇ, ਉਹ ਚਲੋ ਜੇ ਆ ਵੀ ਜਾਏ, ਫਿਰ ਉਹ ਕਿਵੇਂ ਅੱਗੇ ਤੋਰਨਗੇ, ਉਹ ਕਿਵੇਂ ਲੋਕਾਂ ਦਾ ਨਵਾਂ ਰਸਤਾ ਕੱਢਣਗੇ, ਜਾਂ ਕਿਵੇਂ ਲੋਕਾਂ ਨੂੰ ਇਸ ਜਿਹੜਾ ਮਰਾਸ ਜਿਹਨੂੰ ਕਹਿੰਦੇ ਅਸੀਂ ਬੜੀ ਜਿੱਲਣ 'ਚ ਪੰਜਾਬ ਫਸਿਆ ਹੋਇਆ, ਉਹਦੇ 'ਚੋਂ ਬਾਹਰ ਕਿਵੇਂ ਲੈ ਕੇ ਆਉਣਗੇ, ਉਹ ਲੋਕਾਂ ਨੂੰ ਪਹਿਲਾਂ ਪਤਾ ਤੇ ਲੱਗਣਾ ਚਾਹੀਦਾ। ਇਸ ਲਈ ਮੈਨੂੰ ਲੱਗਦਾ ਅਜੇ ਗੈਪ ਹੈਗਾ। ਉਹ ਗੈਪ ਕਿਵੇਂ ਦੂਰ ਹੁੰਦਾ, ਇਹ ਤੇ ਨਵਜੋਤ ਸਿੰਘ ਸਿੱਧੂ ਜਾਣਨ, ਜਾਂ ਜਿਹੜੀਆਂ ਉਹਨਾਂ ਨੂੰ ਪਾਰਟੀਆਂ ਲਗਾਤਾਰ ਕੋਠੇ ਚੜ੍ਹ ਕੇ ਆਵਾਜ਼ਾਂ ਮਾਰਦੀਆਂ ਆ ਜਾਓ ਓਏ ਆ ਜਾਓ, ਜਾਂ ਫਿਰ ਉਹ ਜਾਣਨ। ਮੈਨੂੰ ਤੇ ਇਹਦੀ ਕੋਈ ਬਹੁਤੀ ਸਮਝ ਨਹੀਂ ਹੈਗੀ। ਹਾਂਜੀ ਪੰਗੂ ਸਾਹਿਬ। ਕੀ ਨਵਜੋਤ ਸਿੰਘ ਸਿੱਧੂ ਆਪਣੀ ਵੀ ਗੱਡੀ ਲੈ ਸਕਦੇ ਨੇ, ਯਾਨੀ ਕਿ ਆਪਣੀ ਕੋਈ ਪਾਰਟੀ ਦਾ ਉਹ ਗਠਨ ਕਰ ਸਕਦੇ ਨੇ? ਦੇਖੋ, ਜਿੰਨਾ ਕਿ ਮੈਂ ਪੰਗੂ ਸਾਹਿਬ ਜਾਣਦਾ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਉਹ ਬੰਦੇ ਬਹੁਤ ਵਧੀਆ ਆ ਤੇ ਦਿਵੰਗ ਹੈਗੇ ਆ। ਤੁਹਾਨੂੰ ਓਰੇਟਰ ਮੋਦੀ ਨੂੰ ਵੀ ਮੈਂ ਕਹਿੰਦਾ ਮਾਤ ਪਾ ਦਿੰਦੇ ਆ ਜਦੋਂ ਭਾਸ਼ਣ ਦਿੰਦੇ ਆ, ਹੈ ਨਾ, ਐਨ ਖੁੱਲ ਕੇ ਐਨ। ਪਰ ਜਿਹੜਾ ਹੁੰਦਾ ਨਾ ਜਥੇਬੰਦਕ ਕੰਮ, ਆਰਗੇਨਾਈਜੇਸ਼ਨ, ਮੋਬਿਲਾਈਜੇਸ਼ਨ, ਉਹ ਇੱਕ ਅਲੱਗ ਕਿਸਮ ਦਾ ਕੰਮ ਹੈ। ਉਹਦੇ 'ਚ ਬਹੁਤ ਜੁੱਤੀਆਂ ਮਾਰਨੀਆਂ ਪੈਂਦੀਆਂ, ਬਹੁਤ ਜੁੱਤੀਆਂ ਖਾਣੀਆਂ ਪੈਂਦੀਆਂ, ਤੇ ਬਹੁਤ ਜੁੱਤੀਆਂ ਘਸਾਉਣੀਆਂ ਪੈਂਦੀਆਂ। ਉਹ ਇਸ ਤਰ੍ਹਾਂ ਦੇ ਹੈ ਨਹੀਂ। ਬੰਦਾ ਇਕੱਲਾ ਜਿੰਨਾ ਮਰਜ਼ੀ ਹੋਵੇ, ਜੇ ਮੋਦੀ ਹੁੰਦੀ ਆ, ਉਹਦੇ ਪਿੱਛੇ ਬਹੁਤ ਵੱਡਾ RSS ਦਾ ਨੈਟਵਰਕ ਹੈ, ਜਿਹੜਾ ਹਰ ਇੱਕ ਜਗ੍ਹਾ ਜਾ ਕੇ ਉਹਨੂੰ ਉਸ ਦਾ ਗੁਣ ਗਾਇਨ ਕਰਦਾ, ਉਹਦਾ ਮਾਲਾ ਜਪਦਾ, ਤਾਂ ਜਾ ਕੇ ਉਹ ਇਸ ਸੱਤਾ ਤੇ ਏਡੇ ਵੱਡੇ ਪੱਧਰ ਤੇ ਬੈਠਾ। ਕੀ ਏਡੀ ਵੱਡੀ ਕੋਈ ਥੱਲੇ ਜਿਹੜਾ ਸਟਰਕਚਰ
ਜਿਹੜਾ ਕਿ ਇਹਨਾਂ ਦਾ ਆਪਣਾ ਹੋਵੇ, ਜਿਹਨੂੰ ਇੱਕ ਪ੍ਰੈਸ ਬਟਨ ਦੇ ਨਾਲ ਮੋਬਿਲਾਈਜ਼ ਕਰ ਸਕਣ, ਸਾਰਿਆਂ ਨੂੰ ਹਰਕਤ 'ਚ ਲੈ ਆਉਣ। ਇਹਨਾਂ ਕੋਲ ਕੋਈ ਇਹੋ ਜਿਹਾ ਸਟਰਕਚਰ ਹੈਗਾ? ਮੈਨੂੰ ਤਾਂ ਘੱਟੋ ਘੱਟ ਨਹੀਂ ਦਿਖਦਾ। ਜੇ ਉਹ ਸਟਰਕਚਰ ਨਹੀਂ ਤੇ ਫਿਰ ਤੁਸੀਂ ਅੱਗੇ ਕਿਵੇਂ ਕਰੋਗੇ? ਉਹ ਇਹਨਾਂ ਦੀ ਮੇਰਾ ਖਿਆਲ ਬਹੁਤੀ ਜਿਹੜਾ ਇਹਨਾਂ ਦਾ ਸੁਭਾਅ ਹੈ ਜਾਂ ਇਹਨਾਂ ਦੀ ਮਿਜ਼ਾਜ ਜਿਹੋ ਜਿਹੀ ਹੈ, ਉਹਦਾ ਉਹ ਹਿੱਸਾ ਨਹੀਂ ਹੈ। ਉਹਨਾਂ ਨੂੰ ਲੱਗਦਾ ਜਿੱਥੇ ਜਿੱਥੇ ਖੜਾ ਆ ਆਪਣਾ ਨਵਜੋਤ ਸਿੰਘ ਸਿੱਧੂ, ਉੱਥੇ ਕੀ ਲੋੜ ਹੈ? ਕੋਈ ਪਾਰਟੀ ਦੀ ਲੋੜ ਨਹੀਂ, ਮੈਂ ਇਕੱਲਾ ਹੀ ਬਹੁਤ ਆ, ਠੋਕ ਦਿਆਂਗੇ, ਮਾਰੋ ਤਾੜੀ। ਉਹ ਉਹਨਾਂ ਦਾ ਇੱਕ ਸੁਭਾਅ ਦਾ ਵੀ ਹਿੱਸਾ ਹੈ ਤੇ ਉਹਨਾਂ ਦੀ ਸੋਚ ਦਾ ਤੇ ਐਕਸ਼ਨ ਦਾ ਵੀ। ਮੈਨੂੰ ਲੱਗਦਾ ਇਸ ਕਰਕੇ ਇਹ ਇੱਕ ਆਪਣੇ ਆਪ 'ਚ ਲਿਮਿਟੇਸ਼ਨ ਆ। ਜਦ ਤੱਕ ਉਹਨੂੰ ਓਵਰਕਮ ਨਹੀਂ ਕੀਤਾ ਜਾਂਦਾ, ਫਿਰ ਉਹ ਗੱਡੀ ਆਪਣੀ ਕਿੱਥੋਂ ਬਣੂਗੀ? ਹਾਂਜੀ ਜੀ ਬਿਲਕੁਲ। ਤੇ ਪ੍ਰੋਫੈਸਰ ਸਾਹਿਬ, ਜੋ ਕੁੰਵਰ ਵਿਜੇ ਪ੍ਰਤਾਪ ਨੇ, ਉਹਨਾਂ ਵੱਲੋਂ ਕੱਲ ਵੀ ਖੁਲਾਸੇ ਕੀਤੇ ਗਏ ਨੇ, ਫੂਲਕਾ ਸੰਬੰਧੀ ਵੀ ਕੁਛ ਨਾ ਕੁਛ ਕਿਹਾ ਗਿਆ, ਜੋ ਉਹ ਪੂਰਾ ਦ੍ਰਿਸ਼ ਬਣਿਆ ਹੋਇਆ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹ ਬੜੀ ਅਲੱਗ-ਅਲੱਗ ਕੰਟਰੋਵਰਸੀਜ਼ ਆ। ਕੁਝ ਪੋਲਿਟਿਕਸ ਦੇ ਵਿੱਚ ਇਹ ਕਿਹਾ ਜਾ ਰਿਹਾ, ਪੋਲੀਟੀਕਲ ਸਰਕਲਸ ਦੇ ਵਿੱਚ, ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਾਰੀ ਰਿਪੋਰਟ ਮੋਟੀਵੇਟਡ ਆ। ਅਕਾਲੀ ਦਲ ਨੇ ਤੇ ਇਹ ਵੀ ਕਹਿ ਦਿੱਤਾ ਸੀਗਾ ਕਿ ਰਣਜੀਤ ਸਿੰਘ, ਜਿਹੜੀ ਕਮਿਸ਼ਨ ਦੀ ਰਿਪੋਰਟ ਸੀ ਜਸਟਿਸ ਰਣਜੀਤ ਸਿੰਘ ਦੀ, ਉਹ ਵੀ ਇੱਕ ਕਿਸਮ ਦੀ ਕਲਰਡ ਰਿਪੋਰਟ ਸੀ, ਸਹੀ ਰਿਪੋਰਟ ਨਹੀਂ ਸੀ। ਕਾਂਗਰਸ ਤੋਂ ਪ੍ਰਭਾਵਿਤ, ਉਸ ਪਾਰਟੀ ਤੋਂ ਪ੍ਰਭਾਵਿਤ ਰਿਪੋਰਟ ਸੀਗੀ ਜੀ। ਹੁਣ ਇਹ ਤੇ ਇੱਕ ਪਾਸਾ ਹੈ। ਦੂਸਰਾ ਇੱਕ ਵੱਡਾ ਸੈਕਸ਼ਨ ਇਹ ਵੀ ਸਮਝਦਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਉਹ ਪੋਲੀਟੀਕਲ ਚੀਜ਼ ਤੋਂ ਨਹੀਂ ਮੋਟੀਵੇਟਡ, ਉਹ ਅਪਰਾਈਟ ਅਫਸਰ ਹੈਗਾ, ਜਿਹਨੇ ਕਦੀ ਵੀ ਕਿਸੇ ਦੇ ਨਾ ਆਪਣੇ ਪੁਲਿਸ ਦੇ ਅਫਸਰਾਂ ਦਾ ਦਬਾਅ ਮੰਨਿਆ ਤੇ ਨਾ ਪੋਲੀਟੀਕਲ ਲੋਕਾਂ ਦਾ ਦਬਾਅ ਮੰਨਿਆ। ਉਹ ਸੈਲਫ ਦੇ ਆਪਣੇ ਵੀ ਕਲੇਮ ਇਹੋ ਜਿਹੇ ਕਰਦੇ ਆ ਕਿ ਮੈਂ ਅਪਰਾਈਟ ਆ। ਕਾਨੂੰਨ ਦੀ ਕਿਤਾਬ ਦਿਖਾਈ ਉਹਨਾਂ ਨੇ ਇੱਕ ਵੀਡੀਓ 'ਚ, ਤੇ ਜੋ ਵੀ ਸਾਰੀ CRPC ਦੀ ਜਿਹੜੀਆਂ ਕਿਤਾਬਾਂ ਸਾਰੀਆਂ, ਸੰਵਿਧਾਨ ਦਾ ਕੱਲਾ ਕੱਲਾ ਕਹਿੰਦੇ ਮੈਂ ਇੱਕ ਇੱਕ ਅੱਖਰ ਮੈਨੂੰ ਰਟਿਆ ਹੀ ਨਹੀਂ, ਮੈਂ ਜਾਣਦਾ। ਆਪਣੇ ਗੁਰੂਆਂ ਤੱਕ ਵੀ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਮੈਨੂੰ ਇਹ ਟ੍ਰੇਨਿੰਗ ਦਿੱਤੀ ਹੈ, ਅਸੀਂ ਵੀ ਉਹਨਾਂ ਨੂੰ ਜਾਣਦੇ ਹਾਂ। ਹੁਣ ਇਹ ਦੋ ਅਲੱਗ-ਅਲੱਗ ਵਿਊ ਹੈਗੇ ਆ। ਇਹ ਤੇ ਉਹਨਾਂ ਦੀ ਪਰਸਨੈਲਿਟੀ ਬਾਰੇ ਤੇ ਜਿਹੜਾ ਕੈਰੀਅਰ ਬਾਰੇ ਤੁਸੀਂ ਇੰਝ ਦਾ ਕਹਿ ਲਓ। ਮੈਂ ਉਹਦੇ 'ਚ ਨਹੀਂ ਜਾਂਦਾ, ਉਹ ਆਉਣ ਵਾਲੇ ਸਮੇਂ 'ਚ ਆਪੇ ਹੁਣ ਛੇਤੀ ਅਨਫੋਲਡ ਹੋ ਜਾਊਗਾ ਕਿ ਉਹਨਾਂ ਨੇ ਕਿੱਧਰ ਨੂੰ ਜਾਣਾ, ਕੌਣ ਸੱਚਾ ਤੇ ਕੌਣ ਝੂਠਾ। ਪਰ ਜੋ ਉਹਨਾਂ ਨੇ ਦੱਸਿਆ ਉਹਦੇ ਤੋਂ ਤੇ ਇੰਝ ਲੱਗਦਾ ਕਿ ਖਾਸਾ ਕੁਛ ਕਾਲਾ ਮਾਲਾ ਹੈਗਾ। ਇਹ ਘੱਟੋ ਘੱਟ ਉਹਦਾ ਜਵਾਬ ਤੇ ਉਸੇ ਹੀ ਲੰਬੀ ਵੀਡੀਓ, ਜਿਸ ਤਰ੍ਹਾਂ ਉਹਨਾਂ ਨੇ 45-46 ਮਿੰਟ ਦੀ ਪਾਈ ਆ, ਉਸੇ ਤਰ੍ਹਾਂ ਦੀ ਇੱਕ ਲੰਬੀ ਇੰਟਰਵਿਊ ਕੈਪਟਨ ਸਾਹਿਬ ਵੱਲੋਂ ਹੋਣੀ ਚਾਹੀਦੀ। ਇਕੱਲੇ ਡਿਟੇਲ ਜਵਾਬ ਉਹਨਾਂ ਦੀ ਪੁਲਿਸ ਵੱਲੋਂ, ਉਹਨਾਂ ਦੇ ਅਤੁਲ ਨੰਦਾ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ, ਤੇ ਉਹਨਾਂ ਦੇ ਪੋਲੀਟੀਕਲ ਲੀਡਰਾਂ ਵੱਲੋਂ, ਇਹ ਸਾਰਿਆਂ ਵੱਲੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਉਹਦਾ ਕਾਊਂਟਰ ਜਿਹੜਾ ਇੱਕ ਸਿਸਟੇਮੈਟਿਕ ਆਉਣਾ ਚਾਹੀਦਾ। ਨਹੀਂ ਤੇ ਲੋਕ ਮੰਨਣਗੇ ਕਿ ਇਹ ਸੱਚਾ ਹੈ, ਬਿਲਕੁਲ ਠੀਕ ਹੈ, ਕੁੰਵਰ ਵਿਜੇ ਪ੍ਰਤਾਪ ਨੇ ਜੋ ਕੁਝ ਉਹਨਾਂ ਤੇ ਦੋਸ਼ ਲਾਏ ਆ ਉਹ ਬਿਲਕੁਲ ਸੱਚੇ ਆ, ਕਿਉਂਕਿ ਉਹਦਾ ਜਵਾਬ ਕੋਈ ਆਇਆ ਨਹੀਂ। ਹਾਲ ਦੀ ਘੜੀ ਤੇ ਮੈਨੂੰ ਲੱਗਦਾ ਉਹਨਾਂ ਝਟਕਾ ਹੀ ਇੰਨਾ ਅਚਾਨਕ ਮਾਰਤਾ ਕਿ ਅਜੇ ਉਹਨਾਂ ਨੂੰ ਹੋਸ਼ ਨਹੀਂ ਆਈ। ਅਜੇ ਉਹ ਸਟੰਡ ਜਿਹਨੂੰ ਕਹਿੰਦੇ ਅੰਗਰੇਜ਼ੀ 'ਚ, ਉਹ ਬਹੁਤ ਘਬਰਾਏ ਹੋਏ ਆ ਕਿ ਆਹ ਹੋ ਕੀ ਗਿਆ। ਅਸੀਂ ਤੇ ਇੱਕ ਬਹੁਤ ਵੱਡਾ ਮਿਜ਼ਾਈਲ ਤਿਆਰ ਕੀਤਾ ਸੀ, ਜਿਹੜਾ ਐਨ ਇਲੈਕਸ਼ਨ ਦੇ ਨੇੜੇ ਛੱਡ ਕੇ ਵਿਰੋਧੀਆਂ ਨੂੰ ਅਸੀਂ ਚਿੱਤ ਕਰਨਾ ਸੀ, ਉਹ ਤੇ ਸਾਡੇ ਵੱਲੋਂ ਹੀ ਹੋ ਗਿਆ। ਉਹ ਤੇ ਸਾਨੂੰ ਮਹਿੰਗਾ ਪੈ ਗਿਆ, ਉਹ ਤੇ ਆਪਣੇ ਹੀ ਕੈਂਪ ਤੇ ਡਿੱਗ ਪਿਆ। ਹੁਣ ਉਹ ਜਿਸ ਤਰ੍ਹਾਂ ਇਬਰਾਹਿਮ ਲੋਧੀ ਦੀਆਂ ਫੌਜਾਂ ਕਹਿੰਦੇ ਉਹਦੇ ਆਪਣੇ ਹਾਥੀਆਂ ਨੇ ਲਤਾੜਤੀਆਂ, ਇਹ ਤੇ ਸਾਡੇ ਜਿਹੜੇ ਆਪਣੇ ਜਿਨ੍ਹਾਂ ਨੂੰ ਕਹਿੰਦੇ ਸੀ ਉਹੋ ਹੀ ਇੱਧਰ ਨੂੰ ਚੱਲ ਪਏ ਤੇ ਹੁਣ ਕਿੱਧਰ ਨੂੰ ਭੱਜ ਗਏ। ਉਹ ਅਜੇ ਤੇ ਉਸ ਦੇ ਵਿੱਚ ਬੜੀ ਘਬਰਾਹਟ ਵਿੱਚ ਆ ਤੇ ਸਮਝ ਨਹੀਂ ਉਹਨਾਂ ਨੂੰ ਪੈਂਦੀ। ਕੋਈ ਬਿਆਨ ਵੀ ਨਹੀਂ ਆ ਰਿਹਾ, ਨਾ ਅਤੁਲ ਨੰਦੇ ਵੱਲੋਂ ਜਵਾਬ ਆ ਰਿਹਾ, ਨਾ ਕੈਪਟਨ ਸਾਹਿਬ ਵੱਲੋਂ ਕੋਈ ਤਕੜਾ ਬਿਆਨ ਆ ਰਿਹਾ। ਉਲਟਾ ਉਹਨਾਂ ਦੇ ਉੱਤੇ ਅਟੈਕ ਪ੍ਰਤਾਪ ਸਿੰਘ ਬਾਜਵੇ ਦਾ ਵੀ ਆ ਗਿਆ, ਨਵਜੋਤ ਸਿੰਘ ਸਿੱਧੂ ਦਾ ਵੀ ਆ ਗਿਆ, ਮੈਂ ਤੇ ਕਹੂੰਗਾ ਕਿ ਪੰਜਾਬ ਦੇ ਪ੍ਰਧਾਨ ਦਾ ਵੀ ਆ ਗਿਆ, ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜਾਖੜ ਸਾਹਿਬ, ਸੁਨੀਲ ਜਾਖੜ, ਉਹਨਾਂ ਦਾ ਵੀ ਆ ਗਿਆ, ਨਵਜੋਤ ਕੌਰ ਦਾ ਵੀ ਆ ਗਿਆ, ਸਿੱਧੂ ਦਾ। ਇਹ ਕੁੱਲ ਮਿਲਾ ਕੇ ਸਾਰੇ, ਈਵਨ ਬਿੱਟੂ ਨੇ ਵੀ ਕਿਹਾ। ਤੇ ਉਹਨਾਂ ਵੱਲੋਂ ਤੇ ਜਿਹੜੇ ਕਾਂਗਰਸ ਦੇ ਅੰਦਰੋਂ ਵਿਰੋਧੀ ਆ ਗਿਆ, ਉਹਨਾਂ ਤੇ ਤਾਬੜਤੋੜ ਹਮਲਾ ਕੀਤਾ। ਜਿਹਦੇ ਕੋਲ ਤੋਪ ਆ ਤੋਪ ਚਲਾਈ ਜਾਂਦਾ, ਜਿਹਦੇ ਕੋਲ AK-47 ਹੋਵੇ AK-47 ਚਲਾਈ ਜਾਂਦਾ, ਲੇਕਿਨ ਚਲਾਈ ਜਾ ਰਹੇ ਆ। ਰੋਜ਼ ਕੋਈ ਨਾ ਕੋਈ ਫਾਇਰ ਸੁਣਨ ਨੂੰ ਮਿਲਦਾ, ਪਰ ਇਸ ਪਾਸਿਓਂ ਜਵਾਬ ਕੋਈ ਨਹੀਂ ਆ ਰਿਹਾ ਅਜੇ ਛਾਂ ਤੇ। ਪਤਾ ਨਹੀਂ ਕੀ ਸਟ੍ਰੈਟਜੀ ਹੋਊਗੀ। ਪਰ ਇੱਕ ਗੱਲ ਬੜੀ ਸਾਫ਼ ਹੈ ਕਿ ਜੋ ਮਰਜ਼ੀ ਹੋਵੇ, ਜਿਸ ਕਿਸਮ ਨਾਲ ਐਨ ਇੱਕ ਵਾਰੀ ਚਿੱਥੜਾ ਕਰਕੇ ਉਹ ਸਾਰੀ ਪਲਾਨ ਨੂੰ ਰੱਖ ਦਿੱਤਾ, ਕਾਗਜ਼ ਜਿਹਨੂੰ ਕਹਿੰਦੇ ਫੀਤਾ ਕਰਤੀ ਸਾਰੀ ਸਕੀਮ ਕਾਂਗਰਸ ਦੀ। ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਉਹ ਬੜੇ ਕਾਮਯਾਬ ਲੀਡਰ ਮੰਨੇ ਜਾਂਦੇ ਆ, ਪਰ ਉਹ ਇੱਕ ਵਾਰੀ ਜਿਸ ਢੰਗ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਨੇ ਸਾਰੇ ਖੁਲਾਸੇ ਕਰਕੇ ਚਿੱਤ ਕੀਤੀ ਉਹਨਾਂ ਦੀ ਸਾਰੀ ਰਾਜਨੀਤੀ ਤੇ ਉਹਨਾਂ ਦੀ ਸਾਰੀ ਪਲੈਨਿੰਗ,
ਇਸ ਵੇਲੇ ਤੇ ਜਿਹੜਾ ਅਪਰ ਹੈਂਡ ਮੈਂ ਕੁੰਵਰ ਵਿਜੇ ਪ੍ਰਤਾਪ ਦਾ ਸਮਝੂਗਾ। ਜਦ ਤੱਕ ਕੈਪਟਨ ਸਾਹਿਬ ਕੋਈ ਨਵੀਂ ਨਵਾਂ ਪਿਓਤੜਾ ਲਿਆ ਕੇ ਇਸ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਐਕਸਪਲੇਨ ਨਹੀਂ ਕਰਦੇ ਜਾਂ ਉਸ ਦੇ ਪੂਰੀ ਜਵਾਬਦੇਹੀ ਆਪਣੇ ਤੇ ਨਹੀਂ ਲੈਂਦੇ। ਉਹਨਾਂ ਨੇ ਇੱਕ ਜਿਹੜੀ ਨਵੀਂ ਗੱਲ ਕੀਤੀ ਵਿੱਚ, ਉਹ ਫੂਲਕਾ ਸਾਹਿਬ ਬਾਰੇ, ਉਹਦੇ ਤੇ ਉਹਨਾਂ ਨੇ ਖਾਸਾ ਟਾਈਮ ਲਿਆ। ਉਹਨਾਂ ਨੇ ਕਿਹਾ ਕਿ ਮੈਨੂੰ ਉਹ ਸਿੱਖ ਜਿਹੜੇ ਸਾਰੇ ਮਸਲਿਆਂ ਦੇ ਐਕਸਪਰਟ ਵੀ ਲੱਗਦੇ ਸੀ, ਉਹਨਾਂ ਦੇ ਨਾਲ ਜੁੜੇ ਹੋਏ ਵੀ ਲੱਗਦੇ ਸੀ, ਬੜੇ ਅਨਿਆਈ ਲੱਗਦੇ ਸੀ। ਤੇ ਕਿਉਂਕਿ ਸਿੱਖੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਮਾਮਲਾ ਸੀ, ਸਿੱਖ ਨੌਜਵਾਨਾਂ ਦੇ ਸ਼ਹੀਦੀਆਂ ਦਾ ਮਾਮਲਾ ਸੀ, ਤੇ ਮੈਂ ਕੱਲਾ ਕੱਲਾ ਪਰਚੀ ਵਰਕਾ ਜੋ ਵੀ ਰਿਪੋਰਟ ਦਾ ਸੀ ਉਹਨਾਂ ਕੋਲ ਭੇਜਿਆ। ਔਰ ਉਹਨਾਂ ਨੇ, ਫੂਲਕਾ ਸਾਹਿਬ ਨੇ ਇਹ ਕਹਿ ਕੇ ਆਪਣੀ ਮਦਦ ਕਰਨੀ ਸਾਨੂੰ ਨਾ ਕਰ ਦਿੱਤੀ ਕਿ ਮੈਂ ਤੇ ਸੁਪਰੀਮ ਕੋਰਟ ਦਾ ਵਕੀਲ ਹੈਗਾ, ਥੱਲੇ ਵਾਲੀਆਂ ਕੋਰਟਾਂ 'ਚ ਮੈਂ ਨਹੀਂ ਜਾਂਦਾ। ਜਦ ਕਿ ਬੜੀ ਵੱਡੀ ਟੀਮ ਸੁਪਰੀਮ ਕੋਰਟ ਦੇ ਵਕੀਲਾਂ ਦੀ ਆਲਰੇਡੀ ਇੱਥੇ ਸਰਕਾਰੀ ਖਜ਼ਾਨੇ ਨੂੰ ਜਿਵੇਂ ਸਿਉਂਕ ਲੱਗ ਜਾਂਦੀ, ਦੀਮਕ ਲੱਗ ਜਾਂਦੀ, ਇੰਜ ਲੱਗੀ ਹੋਈ ਸੀ। ਜਾਣੀ ਇੱਕ ਉਹਨਾਂ ਨੇ ਇਹ ਵੀ ਖੁਲਾਸਾ ਕੀਤਾ, ਜਾਣੀ ਇਹ ਵੀ ਦੇਖਣਾ ਚਾਹੀਦਾ ਕਿ ਕਿੰਨਾ ਪੈਸਾ ਸਰਕਾਰ ਦਾ ਲੁਟਾਇਆ, ਕਾਹਦੇ ਲਈ ਨਿਕਲਿਆ ਕੁਛ ਨਹੀਂ। ਵਿੱਚੇ ਉਹ ਅਤਲ ਨੰਦੇ ਤੇ ਹੈਗਾ ਆਉਂਦਾ, ਤੇ ਵਿੱਚੇ ਬਾਕੀ ਜਿਹੜੇ ਸਰਕਾਰ ਤੇ ਆ ਰਿਹਾ। ਉਹ ਕਹਿੰਦੇ ਜਿੰਨੀ 3 ਸਾਲ ਦੀ ਮੇਰੀ ਤਨਖਾਹ ਆ ਟੋਟਲ, ਉਹ ਇੱਕ ਅਪੀਅਰੈਂਸ ਦੀ ਇੱਕ ਵਕੀਲ ਲੈ ਲੈਂਦਾ ਸੀ। ਤੇ ਇੱਕ ਹੋਲੀ ਦਾ ਇੰਸਟੈਂਸ ਉਹਨਾਂ ਨੇ ਦੱਸਿਆ ਕਿ ਇੱਕ ਹੋਲੀ ਦੇ ਉੱਤੇ ਛੁੱਟੀ ਸੀ, ਪਤਾ ਵੀ ਲੱਗ ਗਿਆ ਵਕੀਲਾਂ ਨੂੰ, ਪੈਸੇ ਬਣਾਉਣ ਲਈ ਇੱਥੇ ਆ ਗਏ, ਰਹਿਣਾ ਵੀ ਤਾਜ ਤੋਂ ਥੱਲੇ ਨਹੀਂ ਸੀ ਚਾਹੁੰਦੇ। ਜੇ ਕਿਤੇ ਮਾਊਂਟ ਵਿਊ ਜਾਂ ਹੋਰ ਕਿਸੇ ਦੇ ਵਿੱਚ ਦੇ ਦਿੰਦੇ ਸੀ ਉਹਨਾਂ ਨੂੰ, ਤੇ ਉਹ ਬੜਾ ਨੱਕ ਬੁੱਲ ਵੱਟਦੇ ਸੀ ਵੀ ਇਹ ਸਾਡੇ ਐਤਕੀ ਆਓ ਭਗਤ ਨਹੀਂ ਹੋਈ। ਕੰਮ ਕਰਨਾ ਸਿੱਖੀ ਲਈ, ਕੰਮ ਕਰਨਾ ਅਸੂਲਾਂ ਲਈ, ਕੰਮ ਕਰਨਾ ਪੰਜਾਬ ਲਈ ਇਹਨਾਂ ਨੇ। ਤੇ ਪੈਸੇ ਕਹਿੰਦਾ ਕਿੰਨੇ ਮੋਟ ਕੇ ਲੈ ਗਏ, 55 ਲੱਖ ਰੁਪਈਆ। 55 ਲੱਖ ਰੁਪਈਆ ਕਿਸੇ ਨੂੰ ਗਰੀਬ ਨੂੰ ਦਿੱਤਾ ਹੋਵੇ, ਮੈਂ ਕਹਿੰਦਾ 5 ਘਰਾਂ ਨੂੰ ਦਿੱਤਾ ਹੋਵੇ, 5 ਘਰ ਤਰ ਜਾਂਦੇ ਆ। ਉਹਨਾਂ ਦੀ ਸਾਰੀ ਜਾਣੀ ਉਮਰ ਦੇ ਵਿੱਚ ਉਹ ਇੰਨੇ ਪੈਸੇ ਉਹਨਾਂ ਦੇ ਪੈਰ ਲਾਉਣ ਲਈ ਹੁੰਦੇ ਆ, ਉਹ ਇਕੱਠਾ ਇੱਕੋ ਦਿਨ ਲੈ ਕੇ ਗਾਂਹ ਗਏ। ਇਸ ਕਰਕੇ ਜਿਹੜੇ ਸਾਡੇ ਦੇਸ਼ ਦੇ ਅੰਦਰ ਗੈਰ ਦਿਆਨਤਦਾਰੀ ਹੋ ਗਈ ਆ, ਕਿਸੇ ਕਿਸਮ ਦੀ ਸ਼ਰਮ ਨਹੀਂ, ਹਜਾ ਨਹੀਂ, ਭੋਖੜਾ ਪੈ ਗਿਆ, ਲੁੱਟ ਖੋਹ ਮੱਚੀ ਆ, ਲਟਾਉਣ ਵਾਲੇ ਲਟਾਈ ਜਾਂਦੇ ਆ ਤੇ ਖਾਣ ਵਾਲੇ ਖਾਈ ਜਾਂਦੇ ਆ। ਇਸ ਦਾ ਨਿਪਟਾਰਾ ਕਦੋਂ ਹੋਊ, ਕਿਵੇਂ ਹੋਊ, ਉਹ ਵੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ, ਉਹ ਵੀ ਇਸ ਧਰਤੀ ਤੇ, ਫਰੀਦ ਜੀ ਦੀ ਧਰਤੀ ਤੇ ਇੰਜ ਹੋ ਰਿਹਾ। ਇਹ ਹੋਰ ਵੀ ਅਫਸੋਸਨਾਕ ਗੱਲ ਹੈ। ਫਿਰ ਰਾਹਤ ਕਿੱਥੋਂ ਆਊਗੀ, ਮੋੜਾ ਕਿੱਥੋਂ ਪਾਊਗਾ ਪੰਗੂ ਜੀ? ਇਸ ਲਈ ਮੈਂ ਇਹ ਕਹਿੰਦਾ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਰਿਪੋਰਟ ਸਾਰੀ ਦਿੱਤੀ ਆ, ਉਹ ਬਹੁਤ ਡਿਵਾਸਟੇਟਿੰਗ ਆ, ਔਰ ਉਹਦਾ ਜਵਾਬ ਤੇ ਦੇਣਾ ਹੀ ਪਊ। ਨਹੀਂ ਦੇਣਗੇ ਤੇ ਫਿਰ 2022 ਦੇ ਵਿੱਚ ਲੋਕ ਜਵਾਬ ਲੈ ਲੈਣਗੇ। ਹਾਂਜੀ ਪੰਗੂ ਜੀ। ਜੀ ਬਿਲਕੁਲ ਪ੍ਰੋਫੈਸਰ ਸਾਹਿਬ ਜੀ, ਮੇਰਾ ਇੱਕ ਆਖਰੀ ਸਵਾਲ, ਕਰੋਨਾ ਨੂੰ ਲੈ ਕੇ ਸਰਕਾਰ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ, ਦਿੱਲੀ ਦੇ ਵਿੱਚ ਕੁਝ ਦਿਨਾਂ ਲੈ ਕੇ ਲਾਕਡਾਊਨ ਵੀ ਕੀਤਾ ਗਿਆ, ਹੋਰ ਸੂਬਿਆਂ ਦੇ ਵਿੱਚ ਵੀ ਪ੍ਰਬੰਧ ਕੀਤੇ ਗਏ ਨੇ। ਜੇਕਰ ਗੱਲ ਕੀਤੀ ਜਾਵੇ ਕਿਸਾਨੀ ਅੰਦੋਲਨ ਦੀ, ਤੁਸੀਂ ਇਸ ਕਰੋਨਾ ਦੀ ਪਾਬੰਦੀਆਂ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਦੀ ਸਥਿਤੀ ਕਿੱਥੇ ਕੁ ਦੇਖਦੇ ਹੋ? ਕਿਸਾਨੀ ਅੰਦੋਲਨ ਦੀ ਤੁਸੀਂ ਦੇਖੋ, ਗੱਲ ਇਹ ਹੈ ਕਿ ਕਿਸਾਨਾਂ ਦੇ ਸਾਹਮਣੇ ਕੋਈ ਬਹੁਤਾ ਮਾਰਜਨ ਨਹੀਂ ਬਚਿਆ ਕਿਸੇ ਪਾਸੇ ਹਿਲਜੁਲ ਕਰਨ ਦਾ ਜਾਂ ਪਿੱਛੇ ਹਟਣ ਦਾ। ਜਦੋਂ ਕਿਸਾਨਾਂ ਨੂੰ ਇਹ ਸਾਫ਼-ਸਾਫ਼ ਸਮਝ ਪੈ ਗਈ, ਔਰ ਉਹਦੇ ਵਿੱਚ ਸਾਡੇ ਜਿਹੜੇ ਇਕਾਨੋਮਿਸਟ ਆ, ਥਿੰਕਰ ਹੈ, ਉਹਨਾਂ ਦਾ ਵੀ ਬਹੁਤ ਰੋਲ ਆ ਕਿਸਾਨਾਂ ਦੇ ਨਾਲ ਇਹ ਗੱਲ ਉਹਨਾਂ ਨੂੰ ਸਮਝਾਉਣ 'ਚ। ਤੇ ਕਿਸਾਨ ਸਾਡੀ ਲੀਡਰਸ਼ਿਪ ਖੁਦ ਵੀ ਕਾਫੀ ਸਿਆਣੀ ਆ, ਸਤਰਕ ਲੀਡਰਸ਼ਿਪ ਆ। ਉਹਨਾਂ ਨੇ ਬਹੁਤ ਸਾਲ ਪਹਿਲਾਂ ਰੌਲਾ ਪਾਉਣਾ ਸ਼ੁਰੂ ਕਰਤਾ ਸੀ। ਇਹ ਕਾਨੂੰਨ ਆਉਣ ਤੋਂ 3 ਸਾਲ ਪਹਿਲਾਂ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ। ਇਹ 6 ਮਹੀਨੇ ਪਹਿਲਾਂ ਤੇ ਕਲੀਅਰਲੀ ਜਾਣੀ ਕਿਸਾਨ ਭਵਨ 'ਚ ਮੀਟਿੰਗ ਕਰਕੇ ਕਹਿਤਾ ਸੀ ਕਿ ਕੰਮ ਬੜਾ ਜਾਣੀ ਜਿਹੜਾ ਇਹ ਗੁੰਮਸੁੰਮ ਆ, ਇਹ ਤੋਂ ਬਾਅਦ ਵੱਡੀ ਹਨੇਰੀ ਆਉਣ ਵਾਲੀ ਆ, ਇੰਨਾ ਜ਼ਿਆਦਾ। ਔਰ ਲੀਡਰਾਂ ਨੂੰ ਬੁਲਾ ਕੇ ਕਿਹਾ ਸੀ, ਉਹ 'ਚ ਸੁਨੀਲ ਜਾਖੜ ਵੀ ਸੀ, ਹੋਰ ਵੀ ਸੀ, ਅਕਾਲੀ ਲੀਡਰ ਵੀ ਸੀ, ਗਰੇਵਾਲ ਵੀ ਸੀ, ਬੀਜੇਪੀ ਦੇ ਲੀਡਰ। ਇਹ ਸਾਰੀ ਗੱਲ ਆਪਣੇ ਬਲਬੀਰ ਸਿੰਘ ਰਾਜੇਵਾਲ ਹੋਣਾ ਨੇ ਫਰਵਰੀ 'ਚ ਹੀ ਕਹਿ ਦਿੱਤੀ ਸੀਗੀ ਪਿਛਲੇ ਸਾਲ। ਹੁਣ ਜਦੋਂ ਇਹ ਸਾਰਾ ਕੁਝ ਆ ਗਏ, ਆਰਡੀਨੈਂਸ 5 ਜੂਨ ਨੂੰ ਆ ਗਏ, ਸਾਰੇ ਆ ਗਏ, ਤਾਂ ਉਦੋਂ ਬਾਅਦ ਜੋ ਮੂਵਮੈਂਟ ਇਹ ਚੱਲੀ ਹੈ, ਤੁਹਾਡਾ ਜਿਹੜਾ ਸਵਾਲ ਆ ਉਹਦੇ 'ਚ ਮਾਰਜਨ ਨਹੀਂ ਕੋਈ ਕਿਸੇ ਕਿਸਮ ਦਾ ਇੱਧਰ ਉੱਧਰ ਹਿੱਲ ਜਾਣ ਦਾ। ਉਹਨਾਂ ਨੂੰ ਸਾਫ਼ ਨਜ਼ਰ ਆਉਂਦਾ ਕਿ ਜਾਂ ਤੇ ਅਸੀਂ ਇੱਥੇ ਪਿੰਡਾਂ 'ਚ ਰਹਿ ਕੇ ਮਰ ਜਾਵਾਂਗੇ, ਹੁਣ ਨਹੀਂ ਤੇ ਠਹਿਰ ਕੇ ਖਤਮ ਹੋ ਜਾਵਾਂਗੇ। ਤੇ ਇਕੱਲੇ ਕਿਸਾਨ ਨਹੀਂ, ਪੇਂਡੂ ਮਜ਼ਦੂਰ ਉਹਨਾਂ ਨੂੰ ਪਹਿਲਾਂ ਤਬਾਹ ਹੋ ਜਾਊਗਾ, ਪਿੰਡ ਤਬਾਹ ਹੋ ਜਾਣਗੇ। ਇੱਕ ਤੇ ਇਹ ਤਰੀਕਾ ਮੰਨਦਾ। ਦੂਜਾ ਉਹਨਾਂ ਦੇ ਸਾਹਮਣੇ ਕਰੋਨਾ ਦੀ ਬਿਮਾਰੀ ਦਾ ਡਰ। ਇਹਨਾਂ ਦੋਵਾਂ 'ਚ ਉਹਨਾਂ ਨੇ ਚੂਜ਼ ਕੀਤਾ ਵੀ ਕਰੋਨਾ ਲੱਗ ਜੇ ਤੇ ਲੱਗ ਜੇ, ਅਸੀਂ ਘਰ 'ਚ ਰਹਿ ਕੇ ਬਿਨਾਂ ਲੜਿਆਂ ਡਰਦੇ ਮਾਰੇ ਮਰਨਾ ਨਹੀਂ ਹੈਗਾ। ਅਸੀਂ ਲੜਦੇ ਮਰਾਂਗੇ, ਜੇ ਕਰੋਨਾ ਹੋਊ ਤੇ ਤਾਂ ਵੀ ਅਸੀਂ ਲੜਦੇ ਰਹਾਂਗੇ ਇਹਨਾਂ ਬਾਰਡਰਾਂ ਦੇ ਉੱਤੇ। ਇਹ ਕਿਸਾਨੀ ਦਾ ਇੰਟਿਊਟਿਵਲੀ ਫੈਸਲਾ, ਕੋਈ ਇਹ ਮੀਟਿੰਗ ਕਰਕੇ ਫੈਸਲਾ ਨਹੀਂ ਕੀਤਾ। ਉਹਨਾਂ ਸਾਹਮਣੇ ਹੋਰ ਕੋਈ ਚੋਇਸ ਨਹੀਂ ਬਚੀ
ਇਸੇ ਕਰਕੇ ਤੁਸੀਂ ਦੇਖਿਆ ਕਿ ਉਹਨਾਂ ਨੇ ਪਰਵਾਹ ਨਹੀਂ ਕੀਤੀ। ਪਰ ਜਿੰਨੀਆਂ ਵੀ ਸ਼ਹੀਦੀਆਂ ਪਾਈਆਂ ਉਹਦੇ ਚੋਂ ਕਿਸੇ ਡਾਕਟਰ ਨੇ ਨਹੀਂ ਕਿਹਾ ਕਿ ਫਲਾਣਾ ਕਰੋਨੇ ਨਾਲ ਮਰਿਆ, ਇੱਕ ਵੀ ਨਹੀਂ। ਪਰ ਜੇ ਹੁਣ ਅੱਜ ਦੀ ਤਰੀਕ ਦੇ ਵਿੱਚ ਕੋਈ ਇਹੋ ਜਿਹਾ ਐਡਵੈਂਚਰਿਜ਼ਮ ਜਾਣੀ 2 ਮਈ ਨੂੰ ਰਿਜ਼ਲਟ ਆ ਜਾਣੇ 5 ਸੂਬਿਆਂ ਦੇ, ਸਾਨੂੰ ਬਹੁਤ ਇੰਜ ਡਰ ਆ ਇਸ ਗੱਲ ਦਾ। ਸਾਨੂੰ ਇੱਕ ਕਿਸਮ ਦੀ ਚਿੰਤਾ ਵੀ ਆ ਕਿ ਉਦੋਂ ਕੋਈ ਸਰਕਾਰ ਬਦਮਗਜ਼ੀ ਨਾ ਕਰੇ ਜਿਹੋ ਜਿਹੀ ਟਕੈਤ ਤੇ ਪਹਿਲਾਂ ਕੀਤੀ ਸੀ ਜਾਂ ਕਿਸਾਨਾਂ ਦੀਆਂ ਸਟੇਜਾਂ ਤੇ ਹਮਲਾ ਕਰ ਦਿੱਤਾ ਸੀ 26 ਜਨਵਰੀ ਤੋਂ ਬਾਅਦ, ਉਹੋ ਜਿਹਾ ਦੁਬਾਰਾ ਕੋਈ ਆਪਰੇਸ਼ਨ ਕਲੀਨ ਦੇ ਨਾਂ ਤੇ ਨਾ ਕਰੇ। ਉਹਦਾ ਜਵਾਬ ਦੇ ਦਿੱਤਾ ਕਿਸਾਨਾਂ ਨੇ। ਉਹ ਦਰਸ਼ਨਪਾਲ ਉਹਨਾਂ ਨੇ ਕਹਿਤਾ ਕਿ ਆਪਰੇਸ਼ਨ ਕਲੀਨ ਦਾ ਜੇ ਕੋਈ ਆਉਂਦਾ ਤੇ ਅਸੀਂ ਉਹਦਾ ਜਵਾਬ ਆਪਰੇਸ਼ਨ ਸ਼ਕਤੀ ਨਾਲ ਦੇਵਾਂਗੇ, ਅਸੀਂ ਮੁਕਾਬਲਾ ਕਰਾਂਗੇ। ਅਸੀਂ ਘਰਾਂ ਨੂੰ ਨਹੀਂ ਆਉਣ ਵਾਲੇ, ਕਿਉਂਕਿ ਘਰਾਂ 'ਚ ਸਾਡੇ ਕੋਲ ਕੋਈ ਸਾਨੂੰ ਵੈਲਕਮ ਕਰਨ ਵਾਲਾ ਨਹੀਂ, ਪਿੰਡਾਂ 'ਚ ਸਾਡੀ ਕੋਈ ਜਗ੍ਹਾ ਰਹੀ ਨਹੀਂ। ਅਸੀਂ ਅੱਗੇ ਤਾਂ ਜਾ ਸਕਦੇ ਹਾਂ ਦਿੱਲੀ ਵੱਲ, ਪਿੱਛੇ ਨਹੀਂ ਮੁੜ ਸਕਦੇ, ਕਿਉਂਕਿ ਪਿੱਛੇ ਸਾਡੇ ਲਈ ਜਗ੍ਹਾ ਨਹੀਂ ਹੈ। ਇਹ ਉਹਨਾਂ ਦੀ ਮਜਬੂਰੀ ਸਮਝੋ ਜਾਂ ਸਮਝ ਸਮਝੋ, ਇਸ ਲਈ ਉਹ ਤੇ ਲੜਾਈ ਉੱਥੇ ਇੰਝ ਹੀ ਚੱਲੂਗੀ। ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿ ਉਹ ਮਸਲੇ ਦਾ ਜਿੰਨਾ ਛੇਤੀ ਹੱਲ ਕਰ ਦੇਣਗੇ ਓਨਾ ਛੇਤੀ ਠੰਡ ਢੰਡੌਲਾ ਹੋ ਜੂ, ਓਨਾ ਛੇਤੀ ਇਹ ਕਰੋਨਾ ਦੀ ਵੀ ਰਾਹਤ ਦਾ ਜਾਂ ਜਿਹੜੀ ਵੀ ਸਰਕਾਰ ਸੋਚਦੀ ਬਾਰ-ਬਾਰ ਉਹਨਾਂ ਵੱਲ ਉਂਗਲੀ ਉਠਾਉਂਦੀ ਆ, ਉਹ ਵੀ ਉਹਦਾ ਹੱਲ ਇਸੇ 'ਚ ਹੀ ਹੈ। ਉਹ ਘਰੋਂ ਘਰੀ ਚੱਲ ਜਾਣਗੇ, ਇਕੱਠੇ ਨਹੀਂ ਹੋਣਗੇ, ਕਰੋਨਾ ਫੈਲਣ ਦਾ ਘੱਟ ਡਰ ਰਹੂਗਾ। ਦੂਸਰੀ ਗੱਲ ਇਹ ਕਹਿੰਦੇ ਜੀ ਹੁਣ ਟੈਸਟ ਕਰਾਓ। ਕਿਉਂ ਵੀ ਟੈਸਟ ਕਿਉਂ ਕਰਾਓ? ਤੁਸੀਂ ਬਾਕੀ ਸਾਰਿਆਂ ਦਾ ਕਰ ਲਿਆ ਟੈਸਟ, ਕਿਸਾਨਾਂ ਦਾ ਇਕੱਲਿਆਂ ਦਾ ਕਰਨਾ? ਜਿੰਨੇ ਉਹ ਮੋਦੀ ਨੇ ਰੈਲੀਆਂ 'ਚ ਇਕੱਠੇ ਕੀਤੇ ਸਾਰੇ ਦੇਸ਼ ਦੇ ਵਿੱਚ, ਉਹਨਾਂ ਦਾ ਟੈਸਟ ਕਰ ਲਿਆ ਤੁਸੀਂ? ਜਿਹੜੇ ਲੋਕ ਪ੍ਰੋਟੈਸਟ ਕਰਦੇ ਆਪਣੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ, ਤੁਸੀਂ ਉਹਨਾਂ ਦੇ ਉੱਤੇ ਇਹੋ ਜਿਹੇ ਦਬਕੇ ਮਾਰੋਗੇ? ਇਹ ਕਿਤੇ ਕਦਾਚਿਤ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੈਗਾ। ਔਰ ਇਹ ਕੰਨ ਖੋਲ ਕੇ ਸਰਕਾਰ ਸੁਣ ਲੈ, ਵਿੱਚ ਮੋਦੀ ਸੁਣ ਲੈ, ਜੇ ਇਹੋ ਜਿਹੀ ਕੋਸ਼ਿਸ਼ ਕੀਤੀ ਉਹਨਾਂ ਨੇ ਜ਼ਬਰਦਸਤੀ। ਇਹ ਕੋਈ ਗਿਨੀ ਪਿਗ ਨਹੀਂ ਹੈਗੇ, ਇਹ ਕੋਈ ਖਰਗੋਸ਼ ਨਹੀਂ ਹੈ ਜਿਨ੍ਹਾਂ ਤੇ ਦਵਾਈਆਂ ਟੈਸਟ ਕਰਦੇ ਫਿਰਦੇ ਆ। ਤੁਸੀਂ ਆਪਣੇ ਤੇ ਲਾਉਣੇ ਝੂਠੇ ਸੱਚੇ ਟੀਕੇ ਲਵਾਈ ਚੱਲੋ। ਤੁਸੀਂ ਦੁਨੀਆ ਨੂੰ ਤੰਗ ਨਾ ਕਰੋ, ਲੋਕਾਂ ਨੂੰ ਜਿਹੜੇ 4 ਸਾਹ ਉਹਨਾਂ ਨੇ ਜੀਣੇ ਆ ਉਹਨਾਂ ਨੂੰ ਸ਼ਾਂਤੀ ਨਾਲ ਜੀਣ ਦਿਓ। ਔਰ ਇਹ ਕੰਮ ਜੇ ਤੁਸੀਂ ਦਵਾਈ ਦੇ ਲਾਉਣੇ ਆ ਤਾਂ ਉਹਨਾਂ ਨੂੰ ਪੁੱਛ ਕੇ ਜਿਹੜਾ ਲਵਾਉਣਾ ਚਾਹੁੰਦਾ ਲਾ ਦਿਓ। ਤੁਸੀਂ ਕਹੋਗੇ ਉਹਨੂੰ ਜ਼ਬਰਦਸਤੀ ਅਸੀਂ ਟੈਸਟ ਕਰਾਂਗੇ ਰੌਲਾ ਪਾਉਣ ਲਈ ਕਿ ਦੇਖੋ ਜੀ ਇੱਥੇ ਤੇ ਕਰੋਨਾ ਜੀ ਕਰੋਨਾ ਜੀ ਕਰੋਨਾ ਜੀ। ਉਹ ਕਿਉਂ ਤੁਸੀਂ ਇਸ ਤਰ੍ਹਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਕੁੰਭ ਦੇ ਮੇਲੇ ਵਿੱਚ 50 ਲੱਖ ਲੋਕਾਂ ਨੂੰ ਇਕੱਠੇ ਹੋਣ ਦਿੱਤਾ? ਉਹ ਜਾ ਕੇ ਨੇਪਾਲ ਦਾ ਰਾਜਾ ਮਹਾਰਾਜਾ ਮਹਾਰਾਣੀ ਉਹ ਸਾਰੇ ਬਿਮਾਰ ਹੋ ਕੇ ਉੱਥੋਂ ਚਲੇ ਗਏ ਆ। ਕੌਣ ਜ਼ਿੰਮੇਵਾਰ ਆ ਇਹਨਾਂ ਦਾ? ਇਹ ਕੋਈ ਇਹ ਤਬਲੀਗੀ ਨਹੀਂ ਹੈ ਪਿਛਲੇ ਸਾਲਾਂ ਵਾਲੇ ਜਿਹੜੇ ਤੁਸੀਂ ਜਿਨ੍ਹਾਂ ਦਾ ਇੰਨਾ ਰੌਲਾ ਪਾਇਆ ਸੀ। ਇਹ ਤੁਹਾਡੇ ਆਪਣੇ ਸੀ। ਕਿਉਂ ਲਾਇਆ? ਕਿਉਂ ਕੀਤਾ? ਕਿਉਂ ਮੋਦੀ ਜਿਹੜਾ ਇੱਥੇ ਆ ਯੋਗੀ ਨੇ ਉਹਨਾਂ ਨੂੰ ਅਲਾਉ ਕੀਤਾ? ਇਸ ਤਰੀਕੇ ਨਾਲ ਤੁਸੀਂ ਆਪਣੀ ਧਰਮ ਦੀ ਜਾਣੀ ਰਾਜਨੀਤੀ ਵੀ ਖੇਲੋਗੇ ਔਰ ਸੱਤਾ ਜੀਵੀ ਦੇ ਤੌਰ ਤੇ ਉੱਤੇ ਸੂਬਿਆਂ ਦੇ ਵਿੱਚ ਆਪਣਾ ਸੱਤਾ ਦਾ ਢੋਲ ਵੀ ਵਜਾਈ ਜਾਓਗੇ। ਔਰ ਤੁਸੀਂ ਹੁਣ ਤੁਹਾਨੂੰ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ 5 ਸ਼ਹਿਰਾਂ ਦੇ ਵਿੱਚ ਕਰੋਨਾ ਬੜਾ ਫੈਲਿਆ, ਉੱਥੇ ਲਾਕਡਾਊਨ ਕਰ ਦਿਓ 4-5 ਦਿਨ ਲਈ। ਉਹਦੀ ਜਾ ਕੇ ਤੁਸੀਂ ਚੁਣੌਤੀ ਸੁਪਰੀਮ ਕੋਰਟ ਤੋਂ ਲੈ ਆਏ ਆ, ਉਹਦਾ ਉਲਟਾ ਆਰਡਰ ਜਾ ਕੇ ਲੈ ਆਏ ਆ ਕਿ ਨਹੀਂ ਨਹੀਂ ਇਹ ਨਹੀਂ ਬੰਦ ਹੋ ਸਕਦਾ। ਕਿਉਂਕਿ ਚੋਣਾਂ ਪੰਚਾਇਤਾਂ ਦੀਆਂ ਹੋ ਰਹੀਆਂ, ਉਹ ਵੀ ਕਰਾਈ ਜਾਂਦੇ ਆ। ਉਹ ਹੁਣੇ ਹੋ ਰਹੀਆਂ ਪੰਚਾਇਤਾਂ ਦੀਆਂ ਚੋਣਾਂ ਯੂਪੀ ਦੇ ਵਿੱਚ। ਜਾਣੀ ਤੁਹਾਨੂੰ ਸੱਤਾ ਮਿਲਦੀ ਰਹਿਣੀ ਚਾਹੀਦੀ ਆ। ਜੇ ਲੋਕ ਆਪਣੇ ਹੱਕ ਹਕੂਕ ਦੀ ਗੱਲ ਕਰਨਗੇ, ਤੁਹਾਨੂੰ ਕਰੋਨਾ ਲੱਗਦਾ, ਆਓ ਫਿਰ ਮੈਦਾਨ ਦੇ ਵਿੱਚ ਦੇਖਾਂਗੇ ਉੱਥੇ ਕੌਣ ਆਉਂਦਾ, ਕੌਣ ਜਿੱਤਦਾ, ਕੌਣ ਹਾਰਦਾ। ਇਹ ਸਿਰਲੱਥ ਲੋਕ ਆ, ਇਹ ਬਿਲਕੁਲ ਪਿੱਛੇ ਨਹੀਂ ਹਟਣਗੇ। ਹਾਂਜੀ ਬੰਗੂ ਜੀ। ਸੋ ਧੰਨਵਾਦ ਕਰਦੇ ਹਾਂ ਪ੍ਰੋਫੈਸਰ ਸਾਹਿਬ ਤੁਹਾਡਾ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਜੀ ਸਾਡੇ ਨਾਲ ਜੁੜੇ। ਬਹੁਤ ਬਹੁਤ ਧੰਨਵਾਦ ਪੰਗੂ ਜੀ ਤੁਹਾਡਾ, ਤੁਹਾਡੀ ਟੀਮ ਦਾ, ਤੁਹਾਡੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ। ਦਰਸ਼ਕੋ ਇਹ ਸਨ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ, ਜਿਨ੍ਹਾਂ ਨੇ ਅੱਜ ਦੀਆਂ ਮੁੱਖ ਖਬਰਾਂ ਤੇ ਤੁਹਾਡੇ ਨਾਲ ਬੇਬਾਕ ਤਰੀਕੇ ਨਾਲ ਚਰਚਾ ਕੀਤੀ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ ਤੇ।